ਸ੍ਰੀ ਰਾਗ ਮਹਿਲਾ ਪੰਜਵਾਂ ਘਰ ਸਤਵਾਂ। ਤੇਰੇ ਭਰੋਸੇ ਪਿਆਰੇ ਮੈਂ ਲਾਡ ਲਡਾਇਆ। हे ਪਿਆਰੇ ਪ੍ਰਭੂ ਪਿਤਾ, ਤੇਰੇ ਪਿਆਰ ਦੇ ਭਰੋਸੇ ਤੇ ਮੈਂ ਲਾਡਾਂ ਵਿੱਚ ਹੀ ਦਿਨ ਗੁਜ਼ਾਰ ਦਿੱਤੇ ਹਨ। ਭੂਲੇ ਚੁਕੇ ਬਾਰਕ ਤੂੰ ਹਰ ਪਿਤਾ ਮਾਇਆ। ਮੈਨੂੰ ਯਕੀਨ ਹੈ ਕਿ ਤੂੰ ਸਾਡਾ ਮਾਂ ਪਿਓ ਹੈ ਤੇ ਬੱਚੇ ਭੁੱਲਾਂ ਤੇ ਉਕਾਈ ਕਰਿਆ ਹੀ ਕਰਦੇ ਹਨ। ਸੁਹੇਲਾ ਕਹਿਣ ਕਹਾਵਨ ਤੇਰਾ ਬਿਖਮ ਪਾਵਨ। हे ਪ੍ਰਭੂ, ਤੇਰਾ ਭਾਣਾ ਮੰਨਣਾ, ਤੇਰੀ ਮਰਜ਼ੀ ਵਿੱਚ ਤੁਰਨਾ ਔਖਾ ਹੈ, ਪਰ ਇਹ ਆਖਣਾ ਅਖਵਾਉਣਾ ਸੌਖਾ ਹੈ ਕਿ ਅਸੀਂ ਤੇਰੇ ਭਾਣਾ ਮੰਨਦੇ ਹਾਂ। ਰਹਾਉ ਹਉ ਮਾਨ ਤਾਨ ਕਰੋ ਤੇਰਾ, ਹਉ ਜਾਨੂ ਆਪਾ ਸਭ ਹੀ ਮਦ ਸਬੈ ਤੇ ਬਾਹਰ ਬੇਮੁਹਤਾਜ ਬਾਪਾ। हे ਮੇਰੇ ਬੇਮੁਹਤਾਜ ਪਿਤਾ ਪ੍ਰਭੂ, ਮੈਂ ਤੇਰਾ ਹੀ ਮਾਣ ਕਰਦਾ ਹਾਂ। ਮੈਨੂੰ ਇਹ ਫਖਰ ਹੈ ਕਿ ਤੂੰ ਮੇਰੇ ਸਿਰ ਤੇ ਹੈ। ਮੈਂ ਤੇਰਾ ਹੀ ਆਸਰਾ ਰੱਖਦਾ ਹਾਂ। ਮੈਂ ਜਾਣਦਾ ਹਾਂ ਕਿ ਤੂੰ ਮੇਰਾ ਆਪਣਾ ਹੈ। ਤੂੰ ਸਭ ਜੀਵਾਂ ਦੇ ਅੰਦਰ ਵਸਦਾ ਹੈ ਤੇ ਸਭਨਾਂ ਤੋਂ ਬਾਹਰ ਵੀ ਹੈ, ਨਿਰਲੇਪ ਵੀ ਹੈ। ਪਿਤਾ ਹਉ ਜਾਨੂ ਨਾਹੀ ਤੇਰੀ ਕਵਨ ਜੁਗਤਾ। हे ਪਿਤਾ ਪ੍ਰਭੂ, ਮੈਨੂੰ ਪਤਾ ਨਹੀਂ ਕਿ ਤੈਨੂੰ ਪ੍ਰਸੰਨ ਕਰਨ ਦਾ ਕਿਹੜਾ ਤਰੀਕਾ ਹੈ। ਬੰਧਨ ਮੁਕਤ ਸੰਤੋ ਮੇਰੀ ਰਾਖੈ ਮਮਤਾ। हे ਸੰਤ ਜਨੋ, ਪਿਤਾ ਪ੍ਰਭੂ ਮੈਨੂੰ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਕਰਨ ਵਾਲਾ ਹੈ। ਉਹ ਮੈਨੂੰ ਆਪਣਾ ਜਾਣਦਾ ਹੈ। ਪਏ ਕਿਰਪਾਲ ਠਾਕੁਰ ਰਹਿਓ ਆਮਣ ਜਾਣਾ। हे ਨਾਨਕ, ਪਾਲਨਹਾਰ ਪ੍ਰਭੂ ਜੀ ਜਿਸ ਮਨੁੱਖ ਉੱਤੇ ਦਿਆਵਨ ਹੁੰਦੇ ਹਨ, ਉਸ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ। ਗੁਰ ਮਿਲ ਨਾਨਕ ਪਾਰ ਬ੍ਰਹਮ ਪਛਾਨਾ। ਗੁਰੂ ਨੂੰ ਮਿਲ ਕੇ ਹੀ ਉਹ ਮਨੁੱਖ ਉਸ ਬੇਅੰਤ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲੈਂਦਾ ਹੈ। ਸ੍ਰੀ ਰਾਗ ਮਹਿਲਾ ਪੰਜਵਾਂ ਘਰ ਪਹਿਲਾ। ਸੰਤ ਜਨਾ ਮਿਲ ਪਾਈਆ ਕਟੇੜਾ ਜਮਕਾਲ। ਸੱਚਾ ਸਾਹਿਬ ਮਨ ਉਠਾ ਹੁਆ ਖਸਮ ਦਿਆਲ। ਪੂਰਾ ਸਤਿਗੁਰ ਭੇਟਿਆ ਬਿਨਸਿਆ ਸਭ ਜੰਜਾਲ। ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ, ਉਸ ਦਾ ਸਾਰਾ ਮਾਇਆ ਮੋਹ ਦਾ ਜਾਲ ਨਾਸ ਹੋ ਜਾਂਦਾ ਹੈ। ਸੰਤ ਜਨਾਂ ਭਰਾਵਾਂ ਨੂੰ ਮਿਲ ਕੇ ਉਸ ਦਾ ਆਤਮਿਕ ਮੌਤ ਦਾ ਖਤਰਾ ਦੂਰ ਹੋ ਜਾਂਦਾ ਹੈ। ਖਸਮ ਪ੍ਰਭੂ ਉਸ ਉੱਤੇ ਦਿਆਵਨ ਹੁੰਦਾ ਹੈ ਤੇ ਸਦਾ ਸਥਿਰ ਮਾਲਕ ਪ੍ਰਭੂ ਉਸ ਦੇ ਮਨ ਵਿੱਚ ਆ ਵਸਦਾ ਹੈ। ਮੇਰੇ ਸਤਿਗੁਰਾ ਹਉ ਤੁਧ ਵਿਟੋਂ ਕੁਰਬਾਨ। हे ਮੇਰੇ ਸਤਿਗੁਰੂ, ਮੈਂ ਤੈਥੋਂ ਕੁਰਬਾਨ ਜਾਂਦਾ ਹਾਂ। ਤੇਰੇ ਦਰਸ਼ਨ ਕੋ ਬਲਿਹਾਰਣੇ ਤੁਸ ਦਿੱਤਾ ਅੰਮ੍ਰਿਤ ਨਾਮ। ਮੈਂ ਤੇਰੇ ਦਰਸ਼ਨ ਤੋਂ ਸਦਕੇ ਜਾਂਦਾ ਹਾਂ। ਤੂੰ ਪ੍ਰਸੰਨ ਹੋ ਕੇ ਮੈਨੂੰ ਪ੍ਰਭੂ ਦਾ ਆਤਮਿਕ ਜੀਵਨ ਦੇਣ ਵਾਲਾ ਨਾਮ ਬਖਸ਼ਿਆ ਹੈ। ਰਹਾਉ ਜਿਨ ਤੂੰ ਸੇਵਿਆ ਪਾਉ ਕਰ ਸੇਈ ਪੁਰਖ ਸੁਜਾਨ। हे ਪ੍ਰਭੂ, ਜਿਨ੍ਹਾਂ ਨੇ ਪ੍ਰੇਮ ਨਾਲ ਤੈਨੂੰ ਸਿਮਰਿਆ ਹੈ, ਉਹੀ ਸਿਆਣੇ ਮਨੁੱਖ ਹਨ। ਤਿੰਨਾਂ ਪਿੱਛੇ ਛੁੱਟੀਏ ਜਿਨ ਅੰਦਰ ਨਾਮ ਨਿਧਾਨ। ਜਿਨ੍ਹਾਂ ਦੇ ਹਿਰਦੇ ਵਿੱਚ ਤੇਰਾ ਨਾਮ ਖਜ਼ਾਨਾ ਵਸਦਾ ਹੈ, ਉਹਨਾਂ ਦੀ ਹੀ ਸ਼ਰਨ ਪੈ ਕੇ ਵਿਕਾਰਾਂ ਤੋਂ ਬਚ ਜਾਈਦਾ ਹੈ। ਗੁਰ ਜੀਵੜ ਦਾਤਾ ਕੋ ਨਹੀਂ
ਜਿਨ ਦਿੱਤਾ ਆਤਮ ਦਾਨ। ਪਰ ਨਾਮ ਦੀ ਇਹ ਦਾਤ ਗੁਰੂ ਤੋਂ ਹੀ ਮਿਲਦੀ ਹੈ। ਗੁਰੂ ਜਿੱਡਾ ਹੋਰ ਕੋਈ ਦਾਤਾ ਨਹੀਂ ਹੈ, ਕਿਉਂਕਿ ਉਸਨੇ ਆਤਮਿਕ ਜੀਵਨ ਦੀ ਦਾਤ ਦਿੱਤੀ ਹੈ। ਆਏ ਸੇ ਪਰਵਾਨ ਹੈ, ਜਿਨ ਗੁਰ ਮਿਲਿਆ ਸੁਭਾਏ। ਜਿਨ੍ਹਾਂ ਨੂੰ ਪਿਆਰ ਦੀ ਬਰਕਤ ਨਾਲ ਗੁਰੂ ਆ ਮਿਲਦਾ ਹੈ, ਜਗਤ ਵਿੱਚ ਆਏ ਹੋਏ ਉਹੀ ਕਬੂਲ ਹਨ। ਸੱਚੇ ਸੇਤੀ ਰਤਿਆਂ ਦਰਗਹਿ ਬੈਸਨ ਜਾਏ। ਗੁਰੂ ਦੀ ਸਹਾਇਤਾ ਨਾਲ ਸਦਾ ਸਿਰ ਪ੍ਰਭੂ ਦੇ ਨਾਮ ਰੰਗ ਨਾਲ ਰੰਗੇ ਹੋਏ ਉਹਨਾਂ ਨੂੰ ਪਰਮਾਤਮਾ ਦੀ ਹਜ਼ੂਰੀ ਵਿੱਚ ਬੈਠਣ ਨੂੰ ਥਾਂ ਮਿਲ ਜਾਂਦੀ ਹੈ। ਕਰਤੇ ਹੱਥ ਵਡਿਆਈਆਂ ਪੂਰਬ ਲਿਖਿਆ ਪਾਏ। ਪਰ ਇਹ ਸਭ ਵਡਿਆਈਆਂ ਕਰਤਾਰ ਦੇ ਆਪਣੇ ਹੱਥ ਵਿੱਚ ਹਨ। ਜਿਸ ਉੱਤੇ ਉਹ ਮਿਹਰ ਕਰਦਾ ਹੈ, ਉਹ ਮਨੁੱਖ ਪਹਿਲੇ ਜਨਮ ਵਿੱਚ ਕੀਤੀ ਨੇਕ ਕਮਾਈ ਦਾ ਲਿਖਿਆ ਲੇਖ ਪ੍ਰਾਪਤ ਕਰ ਲੈਂਦਾ ਹੈ। ਸੱਚ ਕਰਤਾ ਸੱਚ ਕਰਨਹਾਰ, ਸੱਚ ਸਾਹਿਬ ਸੱਚ ਟੇਕ। ਜਗਤ ਦਾ ਕਰਤਾ ਜੋ ਸਭ ਕੁਝ ਕਰਨ ਦੇ ਸਮਰੱਥ ਹੈ ਤੇ ਸਭ ਦਾ ਮਾਲਕ ਹੈ, ਸਦਾ ਹੀ ਕਾਇਮ ਰਹਿਣ ਵਾਲਾ ਹੈ, ਉਹੀ ਸਭ ਦਾ ਸਹਾਰਾ ਹੈ। ਸੱਚੋ ਸੱਚ ਵਖਾਣੀਏ, ਸੱਚੋ ਬੁੱਧ ਬਵੇਕ। ਹਰੇਕ ਜੀਵ ਉਸੇ ਨੂੰ ਹੀ ਸਦਾ ਸਥਿਰ ਰਹਿਣ ਵਾਲਾ ਆਖਦਾ ਹੈ। ਉਹ ਸਦਾ ਸਥਿਰ ਪ੍ਰਭੂ ਹੀ ਅਸਲੀ ਪਰਖ ਦੀ ਬੁੱਧੀ ਰੱਖਣ ਵਾਲਾ ਹੈ। ਸਰਬ ਨਿਰੰਤਰ ਰਵ ਰਹਿਆ, ਜਪ ਨਾਨਕ ਜੀਵੇ ਏਕ। ਸਭ ਜੀਵਾਂ ਦੇ ਅੰਦਰ ਵਿਆਪਕ ਹੈ। ਹੇ ਨਾਨਕ, ਜਿਹੜਾ ਮਨੁੱਖ ਉਸ ਇੱਕ ਪ੍ਰਭੂ ਦਾ ਨਾਮ ਜਪਦਾ ਹੈ, ਉਸ ਨੂੰ ਆਤਮਿਕ ਜੀਵਨ ਪ੍ਰਾਪਤ ਹੁੰਦਾ ਹੈ। ਸ੍ਰੀ ਰਾਗ ਮਹਿਲਾ ਪੰਜਵਾਂ। ਗੁਰ ਪਰਮੇਸ਼ਰ ਪੂਜੀਐ, ਮਨ ਤਨ ਲਾਏ ਪਿਆਰ। ਗੁਰੂ ਪਰਮਾਤਮਾ ਦਾ ਰੂਪ ਹੈ। ਗੁਰੂ ਵਾਸਤੇ ਆਪਣੇ ਮਨ ਵਿੱਚ ਹਿਰਦੇ ਵਿੱਚ ਪਿਆਰ ਬਣਾ ਕੇ ਉਸ ਨੂੰ ਆਪਣੇ ਹਿਰਦੇ ਵਿੱਚ ਆਦਰ ਦੀ ਥਾਂ ਦੇਣੀ ਚਾਹੀਦੀ ਹੈ। ਸਤਿਗੁਰ ਦਾਤਾ ਜੀ ਕਾ ਸਭ ਸੈ ਦੇ ਆਧਾਰ। ਗੁਰੂ ਆਤਮਿਕ ਜੀਵਨ ਦੇਣ ਵਾਲਾ ਹੈ। ਗੁਰੂ ਹਰੇਕ ਸਰਨ ਆਏ ਜੀਵ ਨੂੰ ਪਰਮਾਤਮਾ ਦੇ ਨਾਮ ਦਾ ਆਸਰਾ ਦਿੰਦਾ ਹੈ। ਸਤਿਗੁਰ ਬਚਨ ਕਮਾਵਣੇ, ਸੱਚਾ ਇਹ ਵਿਚਾਰ। ਸਭ ਤੋਂ ਉੱਤਮ ਇਹੀ ਅਕਲ ਹੈ ਕਿ ਗੁਰੂ ਦੇ ਬਚਨ ਕਮਾਏ ਜਾਣ, ਗੁਰੂ ਦੇ ਉਪਦੇਸ਼ ਅਨੁਸਾਰ ਜੀਵਨ ਘੜਿਆ ਜਾਏ। ਬਿਨ ਸਾਧੂ ਸੰਗਤ ਰਤਿਆਂ, ਮਾਇਆ ਮੋਹ ਸਭ ਛਾਰ। ਗੁਰੂ ਦੀ ਸੰਗਤ ਵਿੱਚ ਪਿਆਰ ਪਾਉਣ ਤੋਂ ਬਿਨਾਂ ਇਹ ਮਾਇਆ ਦਾ ਮੋਹ ਜੋ ਸਾਰੇ ਦਾ ਸਾਰਾ ਵਿਅਰਥ ਹੈ, ਜੀਵ ਉੱਤੇ ਆਪਣਾ ਜ਼ੋਰ ਪਾਈ ਰੱਖਦਾ ਹੈ। ਮੇਰੇ ਸਾਜਨ ਹਰ ਹਰ ਨਾਮ ਸਮਾਲ। ਹੇ ਮੇਰੇ ਮਿੱਤਰ, ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿੱਚ ਵਸਾ ਤੇ ਗੁਰੂ ਦੇ ਚਰਨਾਂ ਵਿੱਚ ਟਿਕਿਆ ਰਹੋ। ਸਾਧੂ ਸੰਗਤ ਮਨ ਵਸੇ, ਪੂਰਨ ਹੋਏ ਕਾਲ। ਗੁਰੂ ਦੀ ਸੰਗਤ ਵਿੱਚ ਰਿਹਾ ਪਰਮਾਤਮਾ ਦਾ ਨਾਮ ਮਨ ਵਿੱਚ ਵਸਦਾ ਹੈ ਤੇ ਮਿਹਨਤ ਸਫਲ ਹੋ ਜਾਂਦੀ ਹੈ। ਰਹਾਉ ਗੁਰ ਸਮਰੱਥ ਅਪਾਰ ਗੁਰ, ਵਡਭਾਗੀ ਦਰਸ਼ਨ ਹੋਏ। ਗੁਰੂ ਸਭ ਤਾਕਤਾਂ ਦਾ ਮਾਲਕ ਹੈ। ਗੁਰੂ ਬੇਅੰਤ ਗੁਣਾਂ ਵਾਲਾ ਹੈ। ਵੱਡੇ ਭਾਗਾਂ ਵਾਲੇ ਮਨੁੱਖ ਨੂੰ ਹੀ ਗੁਰੂ ਦਾ ਦਰਸ਼ਨ ਪ੍ਰਾਪਤ ਹੁੰਦਾ ਹੈ। ਗੁਰ ਅਗੋਚਰ ਨਿਰਮਲਾ, ਗੁਰ ਜੀਵੜ ਅਵਰ ਨ ਕੋਏ। ਗੁਰੂ ਉਸ ਪ੍ਰਭੂ ਦਾ ਰੂਪ ਹੈ ਜੋ ਗਿਆਨ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ। ਗੁਰੂ ਪਵਿੱਤਰ ਸਰੂਪ ਹੈ। ਗੁਰੂ ਜਿੱਡਾ ਵੱਡੀ ਸ਼ਖਸੀਅਤ ਵਾਲਾ ਹੋਰ ਕੋਈ ਨਹੀਂ ਹੈ। ਗੁਰ ਕਰਤਾ ਗੁਰ ਕਰਨਹਾਰ,
ਗੁਰਮੁਖ ਸੱਚੀ ਸੋਏ। ਗੁਰੂ ਕਰਤਾਰ ਦਾ ਰੂਪ ਹੈ। ਗੁਰੂ ਉਸ ਪਰਮਾਤਮਾ ਦਾ ਰੂਪ ਹੈ ਜੋ ਸਭ ਕੁਝ ਕਰਨ ਦੇ ਸਮਰੱਥ ਹੈ। ਗੁਰੂ ਦੀ ਸ਼ਰਨ ਪਿਆਂ ਸਦਾ ਕਾਇਮ ਰਹਿਣ ਵਾਲੀ ਸੋਭਾ ਮਿਲਦੀ ਹੈ। ਗੁਰ ਤੇ ਬਾਹਰ ਕਿਛ ਨਹੀਂ, ਗੁਰ ਕੀਤਾ ਲੋੜੇ ਸੋ ਹੋਏ। ਗੁਰੂ ਤੋਂ ਆਕੀ ਹੋ ਕੇ ਕੋਈ ਕੰਮ ਨਹੀਂ ਕੀਤਾ ਜਾ ਸਕਦਾ। ਜੋ ਕੁਝ ਗੁਰੂ ਕਰਨਾ ਚਾਹੁੰਦਾ ਹੈ ਉਹੀ ਹੁੰਦਾ ਹੈ। ਭਾਵ ਗੁਰੂ ਉਸ ਪ੍ਰਭੂ ਦਾ ਰੂਪ ਹੈ ਜਿਸ ਤੋਂ ਕੋਈ ਆਕੀ ਨਹੀਂ ਹੋ ਸਕਦਾ, ਤੇ ਜੋ ਕੁਝ ਉਹ ਕਰਨਾ ਲੋੜਦਾ ਹੈ ਉਹੀ ਹੁੰਦਾ ਹੈ। ਗੁਰ ਤੀਰਥ ਗੁਰ ਪਾਰ ਜਾਤ, ਗੁਰ ਮਨਸਾ ਪੂਰਨ ਹਾਰ। ਗੁਰੂ ਹੀ ਅਸਲ ਤੀਰਥ ਹੈ। ਗੁਰੂ ਹੀ ਪਾਰ ਜਾਤ ਰੁੱਖ ਹੈ। ਗੁਰੂ ਹੀ ਸਾਰੀਆਂ ਕਾਮਨਾ ਪੂਰੀਆਂ ਕਰਨ ਵਾਲਾ ਹੈ। ਗੁਰ ਦਾਤਾ ਹਰ ਨਾਮ ਦੇ, ਉਧਰੇ ਸਭ ਸੰਸਾਰ। ਗੁਰੂ ਹੀ ਉਹ ਦਾਤ ਹੈ ਜੋ ਪਰਮਾਤਮਾ ਦਾ ਨਾਮ ਦਿੰਦਾ ਹੈ, ਜਿਸ ਦੀ ਬਰਕਤ ਨਾਲ ਸਾਰਾ ਸੰਸਾਰ ਵਿਕਾਰਾਂ ਤੋਂ ਬਚਦਾ ਹੈ। ਗੁਰ ਸਮਰੱਥ ਗੁਰ ਨਿਰੰਕਾਰ, ਗੁਰ ਊਚਾ ਅਗੰਮ ਅਪਾਰ। ਗੁਰੂ ਉਸ ਪਰਮਾਤਮਾ ਦਾ ਰੂਪ ਹੈ ਜੋ ਸਭ ਤਾਕਤਾਂ ਦਾ ਮਾਲਕ ਹੈ, ਜਿਸ ਦਾ ਕੋਈ ਖਾਸ ਰੂਪ ਨਹੀਂ ਦੱਸਿਆ ਜਾ ਸਕਦਾ, ਜੋ ਸਭ ਤੋਂ ਉੱਚਾ ਹੈ, ਅਪਹੁੰਚ ਹੈ ਤੇ ਬੇਅੰਤ ਹੈ। ਗੁਰ ਕੀ ਮਹਿਮਾ ਅਗੰਮ ਹੈ, ਕਿਆ ਕਥੇ ਕਥਨ ਹਾਰ। ਗੁਰੂ ਦੀ ਵਡਿਆਈ ਤੱਕ ਲਫ਼ਜ਼ਾਂ ਦੀ ਰਾਹੀਂ ਪਹੁੰਚਿਆ ਨਹੀਂ ਜਾ ਸਕਦਾ। ਕੋਈ ਵੀ ਸਿਆਣੇ ਤੋਂ ਸਿਆਣਾ ਬਿਆਨ ਕਰਨ ਵਾਲਾ ਬਿਆਨ ਨਹੀਂ ਕਰ ਸਕਦਾ। ਜਿਤੜੇ ਫਲ ਮਨ ਬਾਂਛੀਐ, ਤਿਤੜੇ ਸਤਿਗੁਰ ਪਾਸ। ਜਿਤਨੇ ਵੀ ਪਦਾਰਥਾਂ ਦੀ ਮਨ ਵਿੱਚ ਇੱਛਾ ਧਾਰੀਏ, ਉਹ ਸਾਰੇ ਹੀ ਗੁਰੂ ਪਾਸੋਂ ਮਿਲ ਜਾਂਦੇ ਹਨ। ਪੂਰਬ ਲਿਖੇ ਪਾਵਨੇ, ਸਾਚ ਨਾਮ ਦੇ ਰਾਸ। ਪਹਿਲੇ ਜਨਮ ਵਿੱਚ ਕੀਤੀ ਨੇਕ ਕਮਾਈ ਦੇ ਲਿਖੇ ਲੇਖ ਅਨੁਸਾਰ ਗੁਰੂ ਦੀ ਸ਼ਰਨ ਪਿਆਂ ਮਿਲ ਜਾਂਦੇ ਹਨ। ਗੁਰੂ ਸਦਾ ਸਥਿਰ ਰਹਿਣ ਵਾਲੇ ਪਰਮਾਤਮਾ ਦੇ ਨਾਮ ਦਾ ਸਰਮਾਇਆ ਦਿੰਦਾ ਹੈ। ਸਤਿਗੁਰ ਸਰਣੀ ਆਇਆ, ਬਹੁੜ ਨਹੀਂ ਬਿਨਾਸ਼। ਜੇ ਗੁਰੂ ਦੀ ਸ਼ਰਨ ਆ ਪਈਏ ਤਾਂ ਉਸ ਤੋਂ ਮਿਲੇ ਆਤਮਿਕ ਜੀਵਨ ਦਾ ਮੁੜ ਕਦੇ ਨਾਸ਼ ਨਹੀਂ ਹੁੰਦਾ। ਹਰ ਨਾਨਕ ਕਦੇ ਨਾ ਵਿਸਰੋ, ਇਹ ਜੀਓ ਪਿੰਡ ਤੇਰਾ ਸਾਸ। ਹੇ ਨਾਨਕ ਆਖ ਹੇ ਹਰੀ, ਗੁਰੂ ਦੀ ਸ਼ਰਨ ਪੈ ਕੇ ਮੈਂ ਤੈਨੂੰ ਕਦੇ ਨਾ ਭੁਲਾਵਾਂ। ਮੇਰੀ ਇਹ ਜਿੰਦ, ਮੇਰਾ ਇਹ ਸਰੀਰ ਤੇ ਸਰੀਰ ਵਿੱਚ ਆਉਂਦਾ ਸਾਹ ਸਭ ਤੇਰਾ ਹੀ ਦਿੱਤਾ ਹੋਇਆ ਹੈ। ਸ੍ਰੀ ਰਾਗ ਮਹਿਲਾ ਪੰਜਵਾਂ। ਸੰਤ ਜਨੋ ਸੁਨ ਪਾਇਓ, ਛੂਟਨ ਸਾਚੇ ਨਾਏ। ਹੇ ਭਰਾਵੋ, ਹੇ ਸੰਤ ਜਨੋ, ਧਿਆਨ ਨਾਲ ਸੁਣੋ। ਸਦਾ ਸਥਿਰ ਰਹਿਣ ਵਾਲੇ ਪਰਮਾਤਮਾ ਦੇ ਨਾਮ ਵਿੱਚ ਜੁੜਿਆਂ ਹੀ ਵਿਕਾਰਾਂ ਤੋਂ ਖਲਾਸੀ ਹੁੰਦੀ ਹੈ। ਗੁਰ ਕੇ ਚਰਨ ਸਰੇਵਣੇ, ਤੀਰਥ ਹਰ ਕਾ ਨਾਉ। ਪਰ ਇਹ ਨਾਮ ਗੁਰੂ ਪਾਸੋਂ ਹੀ ਮਿਲ ਸਕਦਾ ਹੈ। ਗੁਰੂ ਦੇ ਚਰਨ ਪੂਜਨੇ, ਭਾਵ ਹਉਮੈ ਤਿਆਗ ਕੇ ਗੁਰੂ ਦੀ ਸ਼ਰਨ ਪੈਣਾ ਤੇ ਗੁਰੂ ਦੇ ਸਨਮੁਖ ਰਹਿ ਕੇ ਪਰਮਾਤਮਾ ਦਾ ਨਾਮ ਜਪਣਾ ਹੀ ਸਾਰੇ ਤੀਰਥਾਂ ਦਾ ਤੀਰਥ ਹੈ। ਆਗੈ ਦਰਗਹਿ ਮੰਨੀਏ, ਮਿਲੇ ਨਿਥਾਵੇ ਥਾਉ। ਇਸ ਦੀ ਬਰਕਤ ਨਾਲ ਪਰਲੋਕ ਵਿੱਚ ਪਰਮਾਤਮਾ ਦੀ ਦਰਗਾਹ ਵਿੱਚ ਭਾਗਾਂ ਵਾਲੇ ਜੀਵ ਆਦਰ ਪਾਉਂਦੇ ਹਨ। ਜਿਸ ਮਨੁੱਖ ਨੂੰ ਹੋਰ ਕਿਤੇ ਵੀ ਆਸਰਾ ਨਹੀਂ ਮਿਲਦਾ, ਉਸ ਨੂੰ ਪ੍ਰਭੂ ਦੀ ਦਰਗਾਹ ਵਿੱਚ ਆਸਰਾ ਮਿਲ ਜਾਂਦਾ ਹੈ। ਭਾਈ ਰੇ ਸਾਚੀ ਸਤਿਗੁਰ ਸੇਵ। ਹੇ ਭਾਈ, ਗੁਰੂ ਦੀ ਸੇਵਾ
ਜ਼ਰੂਰ ਫਲ ਦਿੰਦੀ ਹੈ। ਸਤਿਗੁਰ ਤੁਠੈ ਪਾਈਐ ਪੂਰਨ ਅਲਖ ਅਪੇਵ। ਕਿਉਂਕਿ ਜੇ ਗੁਰੂ ਪ੍ਰਸੰਨ ਹੋ ਪਵੇ ਤਾਂ ਉਹ ਪਰਮਾਤਮਾ ਮਿਲ ਪੈਂਦਾ ਹੈ, ਜੋ ਸਭ ਵਿੱਚ ਵਿਆਪਕ ਹੈ, ਜੋ ਅਦ੍ਰਿਸ਼ਟ ਹੈ ਅਤੇ ਜਿਸ ਦਾ ਭੇਤ ਨਹੀਂ ਪਾਇਆ ਜਾ ਸਕਦਾ। ਰਹਾਉ ਸਤਿਗੁਰ ਵਿਟੋਂ ਵਾਰਿਆ ਜਿਨ ਦਿੱਤਾ ਸਚ ਨਾਉ। ਹੇ ਭਾਈ, ਮੈਂ ਤਾਂ ਉਸ ਗੁਰੂ ਤੋਂ ਸਦਕੇ ਜਾਂਦਾ ਹਾਂ ਜਿਸ ਨੇ ਮੈਨੂੰ ਸਦਾ ਕਾਇਮ ਰਹਿਣ ਵਾਲਾ ਹਰਨਾਮ ਦਿੱਤਾ ਹੈ। ਅਨ ਦਿਨ ਸੱਚ ਸਲਾਹਣਾ ਸੱਚੇ ਕੇ ਗੁਣ ਗਾਊ। ਜਿਸ ਗੁਰੂ ਦੀ ਕਿਰਪਾ ਨਾਲ ਮੈਂ ਹਰ ਵੇਲੇ ਸਦਾ ਸਿਰ ਪਰਮਾਤਮਾ ਨੂੰ ਸਲਾਹੁੰਦਾ ਰਹਿੰਦਾ ਹਾਂ ਅਤੇ ਸਦਾ ਸਿਰ ਪ੍ਰਭੂ ਦੇ ਗੁਣ ਗਾਉਂਦਾ ਰਹਿੰਦਾ ਹਾਂ। ਸੱਚ ਖਾਣਾ ਸੱਚ ਪਹਿਨਣਾ ਸੱਚੇ ਸੱਚਾ ਨਾਉ। ਹੇ ਭਾਈ, ਗੁਰੂ ਦੀ ਮਿਹਰ ਨਾਲ ਹੁਣ ਸਦਾ ਸਿਰ ਹਰ ਨਾਮ ਮੇਰੀ ਆਤਮਿਕ ਖੁਰਾਕ ਬਣ ਗਿਆ ਹੈ। ਸਦਾ ਸਿਰ ਹਰ ਨਾਮ ਮੇਰੀ ਪੁਸ਼ਾਕ ਹੋ ਚੁੱਕਾ ਹੈ, ਆਦਰ ਸਤਿਕਾਰ ਦਾ ਕਾਰਨ ਬਣ ਚੁੱਕਾ ਹੈ। ਹੁਣ ਮੈਂ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦਾ ਸਦਾ ਸਿਰ ਨਾਮ ਹਰ ਵੇਲੇ ਜਪਦਾ ਹਾਂ। ਸਾਸ ਗਿਰਾਸ ਨਾ ਵਿਸਰੇ ਸਫਲ ਮੂਰਤ ਗੁਰ ਆਪ। ਹੇ ਭਾਈ, ਗੁਰੂ ਉਹ ਸ਼ਖਸੀਅਤ ਹੈ ਜੋ ਸਾਰੇ ਫਲ ਦੇਣ ਦੇ ਸਮਰੱਥ ਹੈ। ਗੁਰੂ ਦੀ ਸ਼ਰਨ ਪਿਆਂ ਹਰੇਕ ਸਾਹ ਨਾਲ, ਹਰੇਕ ਗ੍ਰਾਹੀ ਨਾਲ ਕਦੇ ਵੀ ਪਰਮਾਤਮਾ ਭੁੱਲਦਾ ਨਹੀਂ। ਗੁਰ ਜੇਵਡ ਅਵਰ ਨਾ ਦਿਸਈ ਆਠ ਪਹਿਰ ਤਿਸ ਜਾਪ। ਹੇ ਭਾਈ, ਗੁਰੂ ਦੇ ਬਰਾਬਰ ਦਾ ਹੋਰ ਕੋਈ ਦਾਤਾ ਨਹੀਂ ਦਿਸਦਾ। ਅੱਠੇ ਪਹਿਰ ਉਸ ਗੁਰੂ ਨੂੰ ਚੇਤੇ ਰੱਖ। ਨਦਰ ਕਰੇ ਤਾਂ ਪਾਈਐ ਸੱਚ ਨਾਮ ਗੁਣ ਤਾਸ। ਜਦੋਂ ਗੁਰੂ ਮਿਹਰ ਦੀ ਨਿਗਾਹ ਕਰਦਾ ਹੈ ਤਾਂ ਸਾਰੇ ਗੁਣਾਂ ਦੇ ਖਜ਼ਾਨੇ ਪਰਮਾਤਮਾ ਦਾ ਸਦਾ ਸਥਿਰ ਰਹਿਣ ਵਾਲਾ ਨਾਮ ਪ੍ਰਾਪਤ ਹੋ ਜਾਂਦਾ ਹੈ। ਗੁਰ ਪਰਮੇਸ਼ਰ ਏਕ ਹੈ ਸਭ ਮੈਂ ਰਿਹਾ ਸਮਾਏ। ਹੇ ਭਾਈ, ਜਿਹੜਾ ਪਰਮਾਤਮਾ ਸਾਰੀ ਸ੍ਰਿਸ਼ਟੀ ਵਿੱਚ ਵਿਆਪਕ ਹੋ ਰਿਹਾ ਹੈ, ਉਹ ਅਤੇ ਗੁਰੂ ਇੱਕ ਰੂਪ ਹੈ। ਜਿਨ ਕੋ ਪੂਰਬ ਲਿਖਿਆ ਸੇਈ ਨਾਮ ਧਿਆਏ। ਜਿਨ੍ਹਾਂ ਮਨੁੱਖਾਂ ਦਾ ਪੂਰਲੇ ਜਨਮ ਦੀ ਨੇਕ ਕਮਾਈ ਦੇ ਸੰਸਕਾਰਾਂ ਦਾ ਲੇਖਾ ਉਗੜਦਾ ਹੈ, ਉਹ ਮਨੁੱਖ ਹੀ ਗੁਰੂ ਦੀ ਸ਼ਰਨ ਪੈ ਕੇ ਪਰਮਾਤਮਾ ਦਾ ਨਾਮ ਸਿਮਰ ਕੇ ਇਹ ਸ਼ਰਧਾ ਬਣਾਉਂਦੇ ਹਨ ਕਿ ਪਰਮਾਤਮਾ ਸਭ ਵਿੱਚ ਵਿਆਪਕ ਹੈ। ਨਾਨਕ ਗੁਰ ਸਰਨਾਗਤੀ ਮਰੇ ਨਾ ਆਵੇ ਜਾਏ। ਹੇ ਨਾਨਕ, ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ, ਉਹ ਮਨੁੱਖ ਆਤਮਿਕ ਮੋਤੇ ਨਹੀਂ ਮਰਦਾ, ਉਹ ਜਨਮ ਮਰਨ ਦੇ ਗੇੜ ਵਿੱਚ ਨਹੀਂ ਪੈਂਦਾ। ਇਕ ਓਂਕਾਰ ਸਤਿਗੁਰ ਪ੍ਰਸਾਦਿ। ਸ੍ਰੀ ਰਾਗ ਮਹਿਲਾ ਪਹਿਲਾ। ਘਰ ਪਹਿਲਾ। ਅਸ਼ਟਪਦੀਆਂ। ਆਖ ਆਖ ਮਨ ਵਾਵਣਾ ਜਿਉਂ ਜਿਉਂ ਜਾਪੇ ਵਾਏ। ਜਿਉਂ ਜਿਉਂ ਕਿਸੇ ਜੀਵ ਨੂੰ ਪ੍ਰਭੂ ਦੇ ਗੁਣ ਬੋਲਣ ਦੀ ਸਮਝ ਪੈਂਦੀ ਹੈ, ਤਿਉਂ ਤਿਉਂ ਇਹ ਸਮਝ ਵੀ ਆਉਂਦੀ ਜਾਂਦੀ ਹੈ ਕਿ ਉਸ ਦੇ ਗੁਣ ਬਿਆਨ ਕਰਕੇ ਮਨ ਨੂੰ ਖਪਾਉਣਾ ਹੀ ਹੈ। ਜਿਸ ਨੂੰ ਵਾਏ ਸੁਣਾਈਏ ਸੋ ਕੇਵਡ ਕਿਤ ਥਾਏ। ਜਿਸ ਪ੍ਰਭੂ ਨੂੰ ਬੋਲ ਕੇ ਸੁਣਾਈਦਾ ਹੈ, ਭਾਵ ਜਿਸ ਪ੍ਰਭੂ ਦੇ ਗੁਣਾਂ ਬਾਰੇ ਬੋਲ ਕੇ ਹੋਰਨਾਂ ਨੂੰ ਦੱਸੀਦਾ ਹੈ, ਉਸ ਦੀ ਬਾਬਤ ਇਹ ਤਾਂ ਪਤਾ ਨਹੀਂ ਲੱਗਦਾ ਕਿ ਉਹ ਕਿੱਡਾ ਵੱਡਾ ਹੈ ਤੇ ਕਿਸ ਥਾਂ ਤੇ ਨਿਵਾਸ ਰੱਖਦਾ ਹੈ। ਆਖਣ ਵਾਲੇ ਜਿਤੜੇ ਸਭ ਆਖ ਰਹੇ ਲਿਵਲਾਏ। ਉਹ ਸਾਰੇ ਬਿਆਨ ਕਰਦੇ ਥੱਕ ਜਾਂਦੇ ਹਨ, ਗੁਣਾਂ ਵਿੱਚ ਸੁਰਤ ਜੋੜਦੇ ਰਹਿ ਜਾਂਦੇ ਹਨ।
ਬਾਬਾ ਅੱਲੋ ਅਗਮ ਅਪਾਰ। ਹੇ ਭਾਈ, ਪਰਮਾਤਮਾ ਦੇ ਗੁਣ ਤੱਕ ਪਹੁੰਚ ਨਹੀਂ ਹੋ ਸਕਦੀ, ਉਸ ਦੇ ਗੁਣਾਂ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ। ਪਾਕੀ ਨਾਈ ਪਾਕ ਥਾਏ ਸੱਚਾ ਪਰਵਦਿਗਾਰ। ਉਸ ਦੀ ਵਡਿਆਈ ਪਵਿੱਤਰ ਹੈ, ਉਹ ਪਵਿੱਤਰ ਅਸਥਾਨ 'ਤੇ ਸੋਭ ਰਿਹਾ ਹੈ। ਉਹ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਸਭ ਜੀਵਾਂ ਦਾ ਪਾਲਣ ਵਾਲਾ ਹੈ। ਰਹਾਉ ਤੇਰਾ ਹੁਕਮ ਨਾ ਜਾਪੀ ਕੇਤੜਾ, ਲਿਖ ਨਾ ਜਾਣੇ ਕੋਏ। ਹੇ ਪ੍ਰਭੂ, ਕਿਸੇ ਨੂੰ ਵੀ ਇਹ ਸਮਝ ਨਹੀਂ ਪਈ ਕਿ ਤੇਰਾ ਹੁਕਮ ਕਿਤਨਾ ਅਟਲ ਹੈ। ਕੋਈ ਵੀ ਤੇਰੇ ਹੁਕਮ ਨੂੰ ਬਿਆਨ ਨਹੀਂ ਕਰ ਸਕਦਾ। ਜੇ ਸੋ ਸਾਇਰ ਮਿਲੀਐ ਤਿਲ ਨਾ ਪੁਜਾਏ ਰੋਏ। ਜੇ 100 ਕਵੀ ਵੀ ਇਕੱਠੇ ਕਰ ਲਏ ਜਾਣ ਤਾਂ ਵੀ ਉਹ ਬਿਆਨ ਕਰਨ ਦਾ ਵਿਅਰਥ ਯਤਨ ਕਰਕੇ ਤੇਰੇ ਗੁਣਾਂ ਦੇ ਇੱਕ ਤਿਲ ਮਾਤਰ ਤੱਕ ਨਹੀਂ ਪਹੁੰਚ ਸਕਦੇ। ਕੀਮਤ ਕਿਨੇ ਨਾ ਪਾਈਐ, ਸਭ ਸੁਣ ਸੁਣ ਆਖੇ ਸੋਏ। ਕਿਸੇ ਵੀ ਜੀਵ ਨੇ ਤੇਰਾ ਮੁੱਲ ਨਹੀਂ ਪਾਇਆ। ਸਾਰੇ ਜੀਵ ਤੇਰੀ ਬਾਬਤ ਦੂਜਿਆਂ ਤੋਂ ਸੁਣ ਸੁਣ ਕੇ ਹੀ ਆਖ ਦਿੰਦੇ ਹਨ। ਪੀਰ ਪੈਕਾਮਰ ਸਾਲਕ ਸਾਦਕ ਸੋਹਦੇ ਔਰ ਸ਼ਹੀਦ, ਸ਼ੇਖ ਮਸਾਇਕ ਕਾਜੀ ਮੁੱਲਾ ਦਰ ਦਰ ਵੇਸ ਰਸੀਦ। ਦੁਨੀਆ ਦੇ ਅਨੇਕਾਂ ਪੀਰ ਪੈਗੰਬਰ, ਹੋਰਨਾਂ ਨੂੰ ਜੀਵਨ ਰਾਹ ਦੱਸਣ ਵਾਲੇ ਅਨੇਕਾਂ ਸ਼ੇਖ ਕਾਜੀ ਮੁੱਲਾ ਅਤੇ ਤੇਰੇ ਦਰਵਾਜ਼ੇ ਤੱਕ ਪਹੁੰਚੇ ਹੋਏ ਦਰਵੇਸ਼ ਆਏ। ਕਿਸੇ ਨੇ ਹੇ ਪ੍ਰਭੂ ਤੇਰੇ ਗੁਣਾਂ ਦਾ ਅੰਤ ਨਾ ਲੱਭਾ। ਬਰਕਤ ਤਿਨ ਕੋ ਅਗਲੀ, ਪੜ੍ਹਦੇ ਰਹਿਣ ਦਰੂਦ। ਹਾਂ, ਸਿਰਫ ਉਹਨਾਂ ਨੂੰ ਬਹੁਤ ਬਰਕਤ ਮਿਲੀ, ਉਹਨਾਂ ਦੀ ਹੀ ਭਾਗ ਜਾਗੇ ਜੋ ਤੇਰੇ ਦਰ 'ਤੇ ਦੁਆ ਅਰਜ਼ੋਈ ਕਰਦੇ ਰਹਿੰਦੇ ਹਨ। ਪੁੱਛ ਨਾ ਸਾਜੇ, ਪੁੱਛ ਨਾ ਢਾਹੇ, ਪੁੱਛ ਨਾ ਦੇਵੇ ਲੇ। ਪ੍ਰਭੂ ਇਹ ਜਗਤ ਨਾ ਕਿਸੇ ਪਾਸੋਂ ਸਲਾਹ ਲੈ ਕੇ ਬਣਾਉਂਦਾ ਹੈ, ਨਾ ਹੀ ਪੁੱਛ ਕੇ ਨਾਸ ਕਰਦਾ ਹੈ, ਨਾ ਹੀ ਕਿਸੇ ਦੀ ਸਲਾਹ ਨਾਲ ਸਰੀਰ ਵਿੱਚ ਜਿੰਦ ਪਾਉਂਦਾ ਹੈ ਤੇ ਨਾ ਕੱਢਦਾ ਹੈ। ਆਪਣੀ ਕੁਦਰਤ ਆਪੇ ਜਾਣੇ, ਆਪੇ ਕਰਨ ਕਰੇ। ਪਰਮਾਤਮਾ ਆਪਣੀ ਕੁਦਰਤ ਆਪ ਹੀ ਜਾਣਦਾ ਹੈ, ਆਪ ਹੀ ਇਹ ਜਗਤ ਰਚਨਾ ਰਚਦਾ ਹੈ। ਸਭਨਾ ਵੇਖੇ ਨਦਰ ਕਰ, ਜੈ ਭਾਵੇ ਤੈ ਦੇ। ਮੇਰ ਦੀ ਨਿਗਾਹ ਕਰਕੇ ਸਭ ਜੀਵਾਂ ਦੀ ਸੰਭਾਲ ਆਪ ਹੀ ਕਰਦਾ ਹੈ। ਜੋ ਉਸ ਨੂੰ ਭਾਉਂਦਾ ਹੈ ਉਸ ਨੂੰ ਆਪਣੇ ਗੁਣਾਂ ਦੀ ਕਦਰ ਬਖਸ਼ਦਾ ਹੈ। ਥਾਵਾਂ ਨਾਵ ਨਾ ਜਾਣੀਏ, ਨਾਵਾਂ ਕੇਵਡ ਨਾਊ। ਬੇਅੰਤ ਪੁਰੀਆਂ ਧਰਤੀਆਂ ਆਦਿਕ ਹਨ। ਇਤਨੀ ਬੇਅੰਤ ਰਚਨਾ ਹੈ ਕਿ ਸਭ ਥਾਵਾਂ ਦੇ ਪਦਾਰਥਾਂ ਦੇ ਨਾਮ ਜਾਣੇ ਨਹੀਂ ਜਾ ਸਕਦੇ। ਬੇਅੰਤ ਨਾਮਾਂ ਵਿੱਚੋਂ ਉਹ ਕਿਹੜਾ ਨਾਮ ਹੋ ਸਕਦਾ ਹੈ ਜੋ ਇਤਨਾ ਵੱਡਾ ਹੋਵੇ ਕਿ ਪਰਮਾਤਮਾ ਦੇ ਅਸਲ ਵਡੱਪਣ ਨੂੰ ਬਿਆਨ ਕਰ ਸਕੇ। ਇਹ ਗੱਲ ਕੋਈ ਨਹੀਂ ਦੱਸ ਸਕਦਾ। ਜਿੱਥੇ ਵਸੇ ਮੇਰਾ ਪਾਤਸ਼ਾਹ, ਸੋ ਕੇਵਡ ਹੈ ਥਾਊ। ਇਹ ਵੀ ਨਹੀਂ ਦੱਸਿਆ ਜਾ ਸਕਦਾ ਕਿ ਜਿੱਥੇ ਸ੍ਰਿਸ਼ਟੀ ਦਾ ਪਾਤਸ਼ਾਹ ਪ੍ਰਭੂ ਵਸਦਾ ਹੈ, ਉਹ ਥਾਂ ਕਿੱਡਾ ਵੱਡਾ ਹੈ। ਅੰਬੜ ਕੋਏ ਨਾ ਸਕਈ, ਹਉ ਕਿਸਨੂੰ ਪੁੱਛਣ ਜਾਊ। ਕਿਸੇ ਪਾਸੋਂ ਵੀ ਇਹ ਪੁੱਛੀ ਨਹੀਂ ਜਾ ਸਕਦੀ, ਕਿਉਂਕਿ ਕੋਈ ਜੀਵ ਉਸ ਅਵਸਥਾ 'ਤੇ ਪਹੁੰਚ ਨਹੀਂ ਸਕਦਾ ਜਿੱਥੇ ਉਹ ਪਰਮਾਤਮਾ ਦੀ ਬਜ਼ੁਰਗੀ ਸਹੀ ਦੱਸ ਸਕੇ। ਵਰਨਾ ਵਰਨ ਨਾ ਪਾਵਣੀ, ਜੇ ਕਿਸੇ ਵੱਡਾ ਕਰੇ।
ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਪਰਮਾਤਮਾ ਨੂੰ ਫਲਾਣੀ ਉੱਚੀ ਜਾਂ ਨੀਵੀਂ ਜਾਤ ਪਾਉਂਦੀ ਹੈ ਜਾਂ ਨਹੀਂ ਪਾਉਂਦੀ, ਤੇ ਇਸ ਤਰ੍ਹਾਂ ਉਹ ਕਿਸੇ ਇੱਕ ਜਾਤ ਨੂੰ ਉੱਚਾ ਕਰ ਦਿੰਦਾ ਹੈ। ਵੱਡੇ ਹੱਥ ਵਡਿਆਈਆਂ ਜੈ ਭਾਵੇ ਤੈ ਦੇ। ਸਭ ਵਡਿਆਈਆਂ ਵੱਡੇ ਪ੍ਰਭੂ ਦੇ ਆਪਣੇ ਹੱਥ ਵਿੱਚ ਹਨ। ਜਿਹੜਾ ਜੀਵ ਉਸ ਨੂੰ ਚੰਗਾ ਲੱਗਦਾ ਹੈ, ਉਸ ਨੂੰ ਵਡਿਆਈਆਂ ਬਖਸ਼ ਦਿੰਦਾ ਹੈ। ਹੁਕਮ ਸਵਾਰੇ ਆਪਣੇ, ਚੱਸਾ ਨਾ ਢਿੱਲ ਕਰੇ। ਆਪਣੀ ਰਜਾ ਵਿੱਚ ਹੀ ਉਹ ਜੀਵ ਦੇ ਜੀਵਨ ਨੂੰ ਸੰਵਾਰ ਦਿੰਦਾ ਹੈ, ਰਤਾ ਪਰ ਵੀ ਢਿੱਲ ਨਹੀਂ ਕਰਦਾ। ਸਭ ਕੋ ਆਖੈ ਬਹੁਤ ਬਹੁਤ, ਲੈਣੇ ਕੇ ਵਿਚਾਰ। ਪਰਮਾਤਮਾ ਤੋਂ ਦਾਤਾਂ ਲੈਣ ਦੇ ਖਿਆਲ ਨਾਲ ਹਰੇਕ ਜੀਵ ਬਹੁਤੀ ਬਹੁਤੀ ਮੰਗ ਮੰਗਦਾ ਹੈ। ਕੇਵਡ ਦਾਤਾ ਆਖੀਏ, ਦੇ ਕਹਿ ਰਹੇ ਸੁਮਾਰ। ਇਹ ਦੱਸਿਆ ਹੀ ਨਹੀਂ ਜਾ ਸਕਦਾ ਕਿ ਪਰਮਾਤਮਾ ਕਿਤਨਾ ਵੱਡਾ ਦਾਤਾ ਹੈ। ਉਹ ਦਾਤਾਂ ਦੇ ਰਿਹਾ ਹੈ, ਪਰ ਦਾਤਾਂ ਗਿਣਤੀ ਤੋਂ ਪਰੇ ਹਨ। ਨਾਨਕ ਟੋਟ ਨਾ ਆਵਈ, ਤੇਰੇ ਜੁਗੈ ਜੁਗੈ ਭੰਡਾਰ। ਹੇ ਨਾਨਕ ਆਖ, ਹੇ ਪ੍ਰਭੂ, ਤੇਰੇ ਖਜ਼ਾਨੇ ਸਦਾ ਹੀ ਭਰੇ ਰਹਿੰਦੇ ਹਨ, ਇਹਨਾਂ ਵਿੱਚ ਕਦੇ ਵੀ ਘਾਟ ਨਹੀਂ ਪੈ ਸਕਦੀ। ਮਹਿਲਾ ਪਹਿਲਾ। ਸਭੇ ਕੰਤ ਮਹਿਲੀਆਂ, ਸਗਲੀਆਂ ਘਰੇ ਸਿਗਾਰ। ਸਾਰੀਆਂ ਜੀਵ ਇਸਤਰੀਆਂ ਪ੍ਰਭੂ ਖਸਮ ਦੀਆਂ ਹੀ ਹਨ। ਸਾਰੀਆਂ ਹੀ ਉਸ ਨੂੰ ਪ੍ਰਸੰਨ ਕਰਨ ਲਈ ਸ਼ਿੰਗਾਰ ਕਰਦੀਆਂ ਹਨ। ਗਣਤ ਗਣਾਵਣ ਆਈਆਂ, ਸੂਹਾ ਵੇਸ ਵਿਕਾਰ। ਪਰ ਜਿਹੜੀਆਂ ਆਪਣੇ ਸ਼ਿੰਗਾਰ ਦਾ ਵਿਖਾਵਾ ਮਾਣ ਕਰਦੀਆਂ ਹਨ, ਉਹਨਾਂ ਦਾ ਗੂੜਾ ਲਾਲ ਪਹਿਰਾਵਾ ਵੀ ਵਿਕਾਰ ਹੀ ਪੈਦਾ ਕਰਦਾ ਹੈ। ਪਖੰਡ ਪ੍ਰੇਮ ਨਾ ਪਾਈਏ, ਖੋਟਾ ਪਾਜ ਖੁਆਰ। ਕਿਉਂਕਿ ਵਿਖਾਵਾ ਕੀਤਿਆਂ ਪ੍ਰਭੂ ਦਾ ਪਿਆਰ ਨਹੀਂ ਮਿਲਦਾ। ਅੰਦਰ ਖੋਟ ਹੋਵੇ ਤੇ ਬਾਹਰ ਪ੍ਰੇਮ ਦਾ ਵਿਖਾਵਾ ਹੋਵੇ, ਇਹ ਖੋਟਾ ਵਿਖਾਵਾ ਖੁਆਰ ਹੀ ਕਰਦਾ ਹੈ। ਹਰ ਜੀਉ ਇਉਂ ਪਿਰ ਰਾਵੇ ਨਾਰ, ਤੁਧ ਭਾਵਨ ਸੁਹਾਗਣੀ, ਆਪਣੀ ਕਿਰਪਾ ਲੈ ਸਵਾਰ। ਹੇ ਪ੍ਰਭੂ ਜੀ, ਉਹੀ ਜੀਵ ਇਸਤਰੀਆਂ ਸੁਹਾਗ ਭਾਗ ਵਾਲੀਆਂ ਹਨ ਜੋ ਤੈਨੂੰ ਚੰਗੀਆਂ ਲੱਗਦੀਆਂ ਹਨ, ਜਿਨ੍ਹਾਂ ਨੂੰ ਆਪਣੀ ਮਿਹਰ ਨਾਲ ਤੂੰ ਆਪ ਸਜੀਆਂ ਬਣਾ ਲੈਂਦਾ ਹੈ। ਇਹ ਸ਼ਰਧਾ ਧਾਰਿਆਂ ਪ੍ਰਭੂ ਪਤੀ ਜੀਵ ਇਸਤਰੀ ਨੂੰ ਪਿਆਰ ਕਰਦਾ ਹੈ। ਰਹਾਉ। ਗੁਰ ਸ਼ਬਦੀ ਸਿਗਾਰੀਆਂ, ਤਨ ਮਨ ਫਿਰ ਕੇ ਪਾਸ। ਪਰ ਜਿਹੜੀਆਂ ਜੀਵ ਇਸਤਰੀਆਂ ਗੁਰੂ ਦੇ ਸ਼ਬਦ ਦੀ ਰਾਹੀਂ ਆਪਣੇ ਜੀਵਨ ਨੂੰ ਸੰਵਾਰਦੀਆਂ ਹਨ, ਜਿਸ ਦਾ ਸਰੀਰ ਖਸਮ ਪ੍ਰਭੂ ਦੇ ਹਵਾਲੇ ਹੈ, ਜਿਸ ਦਾ ਮਨ ਖਸਮ ਪ੍ਰਭੂ ਦੇ ਹਵਾਲੇ ਹੈ, ਭਾਵ ਜਿਸ ਦਾ ਮਨ ਤੇ ਜਿਸ ਦਾ ਗਿਆਨ ਇੰਦਰੇ ਪ੍ਰਭੂ ਦੀ ਯਾਦ ਤੋਂ ਲਾਂਭੇ ਕੁਰਾਹੇ ਨਹੀਂ ਜਾਂਦੇ। ਦੋਇ ਕਰ ਜੋੜ ਖੜੀ ਤਕੇ, ਸੱਚ ਕਹੇ ਅਰਦਾਸ। ਜਿਹੜੀ ਦੋਵੇਂ ਹੱਥ ਜੋੜ ਕੇ ਪੂਰੀ ਸ਼ਰਧਾ ਨਾਲ ਪ੍ਰਭੂ ਪਤੀ ਦਾ ਆਸਰਾ ਹੀ ਤੱਕਦੀ ਹੈ, ਜਿਹੜੀ ਸਦਾ ਸਿਰ ਪ੍ਰਭੂ ਨੂੰ ਹੀ ਯਾਦ ਕਰਦੀ ਹੈ ਤੇ ਉਸ ਦੇ ਦਰ ਤੇ ਅਰਜ਼ੋਈਆਂ ਕਰਦੀ ਹੈ। ਲਾਲ ਰਤੀ ਸੱਚ ਪੈ ਵਸੀ, ਭਾਏ ਰਤੀ ਰੰਗ ਰਾਸ। ਉਹ ਪ੍ਰਭੂ ਪ੍ਰੀਤਮ ਦੇ ਪਿਆਰ ਵਿੱਚ ਰੰਗੀ ਰਹਿੰਦੀ ਹੈ। ਉਹ ਸਦਾ ਸਿਰ ਪ੍ਰਭੂ ਦੇ ਡਰ ਅਦਬ ਵਿੱਚ ਟਿਕੀ ਰਹਿੰਦੀ ਹੈ। ਉਹ ਪ੍ਰਭੂ ਦੇ ਪ੍ਰੇਮ ਵਿੱਚ ਰਤੀ ਰਹਿੰਦੀ ਹੈ ਤੇ ਉਸ ਦੇ ਰੰਗ ਵਿੱਚ ਰਸੀ ਰਹਿੰਦੀ ਹੈ। ਪ੍ਰਿਆ ਕੀ ਚੇਰੀ ਕਾਂਡੀਐ, ਲਾਲੀ ਮਾਨੇ ਨਾਉ।
ਜਿਹੜੀ ਪ੍ਰਭੂ ਚਰਨਾਂ ਦੀ ਸੇਵਕਾ ਪ੍ਰਭੂ ਦਾ ਨਾਮ ਹੀ ਮੰਨਦੀ ਹੈ, ਪ੍ਰਭੂ ਦੇ ਨਾਮ ਨੂੰ ਹੀ ਆਪਣੀ ਜ਼ਿੰਦਗੀ ਦਾ ਆਸਰਾ ਬਣਾਉਂਦੀ ਹੈ, ਉਹ ਪ੍ਰਭੂ ਪਤੀ ਦੀ ਦਾਸੀ ਆਖੀ ਜਾਂਦੀ ਹੈ। ਸਾਚੀ ਪ੍ਰੀਤ ਨਾ ਟੁੱਟਈ, ਸਾਚੇ ਮੇਲ ਮਿਲਾਊ। ਪ੍ਰਭੂ ਨਾਲ ਉਸ ਦੀ ਪ੍ਰੀਤ ਸਦਾ ਕਾਇਮ ਰਹਿੰਦੀ ਹੈ, ਕਦੇ ਟੁੱਟਦੀ ਨਹੀਂ। ਸਦਾ ਸਿਰ ਪ੍ਰਭੂ ਦੀ ਸੰਗਤ ਵਿੱਚ, ਚਰਨਾਂ ਵਿੱਚ ਉਸ ਦਾ ਮਿਲਾਪ ਬਣਿਆ ਰਹਿੰਦਾ ਹੈ। ਸ਼ਬਦ ਰਤੀ ਮਨ ਵਿਦਿਆ, ਹਉ ਸਦਬਲ ਹਾਰੇ ਜਾਊ। ਪ੍ਰਭੂ ਦੀ ਸਿਫਤ ਸਲਾਹ ਦੇ ਸ਼ਬਦ ਵਿੱਚ ਉਹ ਰੰਗੀ ਰਹਿੰਦੀ ਹੈ, ਉਸ ਦਾ ਮਨ ਪਰੋਤਾ ਰਹਿੰਦਾ ਹੈ। ਮੈਂ ਅਜਿਹੀ ਜੀਵ ਇਸਤਰੀ ਤੋਂ ਕੁਰਬਾਨ ਹਾਂ। ਸਾ ਧਨ ਰੰਡ ਨਾ ਬੈਸਈ, ਜੇ ਸਤਿਗੁਰ ਮਹੇ ਸਮਾਏ। ਜੇ ਜੀਵ ਇਸਤਰੀ ਗੁਰੂ ਦੇ ਸ਼ਬਦ ਵਿੱਚ ਸੁਰਤ ਜੋੜੀ ਰੱਖੇ ਤਾਂ ਉਹ ਕਦੇ ਰੰਡੀ ਹੋ ਕੇ ਨਹੀਂ ਬੈਠਦੀ। ਭਾਵ ਖਸਮ ਸਾਈਂ ਦਾ ਹੱਥ ਸਦਾ ਉਸ ਦੇ ਸਿਰ ਉੱਤੇ ਟਿਕਿਆ ਰਹਿੰਦਾ ਹੈ। ਪਿਰ ਰਿਸਾਲੂ ਨੌਤਣੂ, ਸਾਚੋ ਮਰੇ ਨ ਜਾਏ। ਫਿਰ ਉਹ ਖਸਮ ਵੀ ਐਸਾ ਹੈ ਜੋ ਆਨੰਦ ਦਾ ਸੋਮਾ ਹੈ, ਜਿਸ ਦਾ ਪਿਆਰ ਨਿਤ ਨਵਾਂ ਹੈ, ਜੋ ਸਦਾ ਕਾਇਮ ਰਹਿਣ ਵਾਲਾ ਹੈ, ਜੋ ਨਾ ਮਰਦਾ ਹੈ ਨਾ ਜੰਮਦਾ ਹੈ। ਨਿਤ ਰਵੇ ਸੁਹਾਗਣੀ, ਸਾਚੀ ਨਦਰ ਰਜਾਏ। ਉਹ ਆਪਣੀ ਸਦਾ ਥਿਰ ਮੇਰ ਦੀ ਨਜ਼ਰ ਨਾਲ ਆਪਣੀ ਰਜਾ ਅਨੁਸਾਰ ਸਦਾ ਉਸ ਸੁਹਾਗਣ ਜੀਵ ਇਸਤਰੀ ਨੂੰ ਪਿਆਰ ਕਰਦਾ ਹੈ। ਸਾਚ ਧੜੀ ਤਨ ਮਾਂਡੀਐ, ਕਾਪੜ ਪ੍ਰੇਮ ਸਿਗਾਰ। ਜਿਹੜੀ ਜੀਵ ਇਸਤਰੀ ਸਦਾ ਸਿਰ ਪ੍ਰਭੂ ਦੀ ਯਾਦ ਆਪਣੇ ਹਿਰਦੇ ਵਿੱਚ ਟਿਕਾਉਂਦੀ ਹੈ, ਇਹ ਮਾਨੋ ਉਹ ਪਤੀ ਪ੍ਰਭੂ ਨੂੰ ਪ੍ਰਸੰਨ ਕਰਨ ਲਈ ਕੇਸਾਂ ਦੀਆਂ ਪੱਟੀਆਂ ਸਵਾਰਦੀ ਹੈ, ਪ੍ਰਭੂ ਦੇ ਪਿਆਰ ਨੂੰ ਸੋਹਣਾ ਕੱਪੜਾ ਤੇ ਗਹਿਣਿਆਂ ਦਾ ਸ਼ਿੰਗਾਰ ਬਣਾਉਂਦੀ ਹੈ। ਚੰਦਨ ਚੀਤ ਵਸਾਇਆ, ਮੰਦਰ 10ਵਾਂ ਦੁਆਰ। ਜਿਸਨੇ ਪ੍ਰਭੂ ਨੂੰ ਆਪਣੇ ਚਿੱਤ ਵਿੱਚ ਵਸਾਇਆ ਹੈ ਤੇ ਇਹ ਮਾਨੋ ਉਸ ਦੇ ਮੱਥੇ ਉੱਤੇ ਚੰਦਨ ਦਾ ਟਿੱਕਾ ਲਾਇਆ ਹੈ। ਜਿਸਨੇ ਆਪਣੇ 10ਵੇਂ ਦੁਆਰ ਦਿਮਾਗ, ਚਿੱਤ, ਆਕਾਸ਼ ਨੂੰ ਪਤੀ ਪ੍ਰਭੂ ਦੇ ਰਹਿਣ ਲਈ ਸੋਹਣਾ ਘਰ ਬਣਾਇਆ ਹੈ। ਦੀਪਕ ਸ਼ਬਦ ਵਿਗਾਸਿਆ, ਰਾਮ ਨਾਮ ਉਰਹਾਰ। ਜਿਸਨੇ ਗੁਰੂ ਦੇ ਸ਼ਬਦ ਦੀ ਰਾਹੀਂ ਆਪਣੇ ਹਿਰਦੇ ਨੂੰ ਹੁਲਾਰੇ ਵਿੱਚ ਲਿਆਂਦਾ ਹੈ ਤੇ ਇਹ ਮਾਨੋ ਉਸਨੇ ਹਿਰਦੇ ਵਿੱਚ ਦੀਵਾ ਜਗਾਇਆ ਹੈ। ਜਿਸਨੇ ਪਰਮਾਤਮਾ ਦੇ ਨਾਮ ਨੂੰ ਆਪਣੇ ਗਲ ਦਾ ਹਾਰ ਬਣਾ ਲਿਆ ਹੈ। ਨਾਰੀ ਅੰਦਰ ਸੋਹਣੀ, ਮਸਤਕ ਮਣੀ ਪਿਆਰ। ਸੋਭਾ ਸੁਰਤ ਸੁਹਾਵਣੀ, ਸਾਚੇ ਪ੍ਰੇਮ ਅਪਾਰ। ਜਿਸਨੇ ਆਪਣੇ ਮੱਥੇ ਉੱਤੇ ਪ੍ਰਭੂ ਦੇ ਪਿਆਰ ਦਾ ਜੜਾਊ ਟਿੱਕਾ ਲਾਇਆ ਹੋਇਆ ਹੈ, ਜਿਸਨੇ ਸਦਾ ਸਥਿਰ ਰਹਿਣ ਵਾਲੇ ਬੇਅੰਤ ਪ੍ਰਭੂ ਦੇ ਪ੍ਰੇਮ ਵਿੱਚ ਆਪਣੀ ਸੁਰਤ ਜੋੜ ਕੇ ਸੋਹਣੀ ਬਣਾ ਲਈ ਹੈ ਤੇ ਇਸੇ ਨੂੰ ਉਹ ਆਪਣੀ ਸੋਭਾ ਸਮਝਦੀ ਹੈ, ਉਹ ਜੀਵ ਇਸਤਰੀ ਹੋਰ ਜੀਵ ਇਸਤਰੀਆਂ ਵਿੱਚ ਮੰਨੀ ਪਰਮੰਨੀ ਸੋਹਣੀ ਹੈ। ਬਿਨ ਪਿਰ ਪੁਰਖ ਨਾ ਜਾਣੀ ਸਾਚੈ, ਗੁਰ ਕੈ ਹਿਤ ਅਪਾਰ। ਉਹ ਆਪਣੇ ਗੁਰੂ ਦੇ ਸ਼ਬਦ ਦੇ ਪ੍ਰੇਮ ਵਿੱਚ ਹੀ ਰਹਿ ਕੇ ਸਦਾ ਸਥਿਰ ਸਰਬ ਵਿਆਪਕ ਪ੍ਰਭੂ ਪਤੀ ਤੋਂ ਬਿਨਾਂ ਹੋਰ ਕਿਸੇ ਨਾਲ ਜਾਣ ਪਛਾਣ ਨਹੀਂ ਪਾਉਂਦੀ। ਨਿਸ ਅੰਧਿਆਰੀ ਸੁਤੀਏ, ਕਿਉਂ ਪਿਰ ਬਿਨ ਰਹਿਣ ਵਿਹਾਏ। ਮਾਇਆ ਦੇ ਮੋਹ ਦੀ ਕਾਲੀ ਰਾਤ ਵਿੱਚ ਸੁੱਤੀ ਪਈ ਜੀਵ ਇਸਤਰੀਏ, ਪ੍ਰਭੂ ਪਤੀ ਦੇ ਮਿਲਾਪ ਤੋਂ ਬਿਨਾਂ ਜ਼ਿੰਦਗੀ ਦੀ ਰਾਤ ਸੌਖੀ ਨਹੀਂ ਲੰਘ ਸਕਦੀ। ਅੰਕ ਜਲੋ ਤਨ ਜਾਲਿਓ, ਮਨ
ਤਨ ਜਲ ਬਲ ਜਾਏ। ਸੜ ਜਾਵੇ ਉਹ ਹਿਰਦਾ ਤੇ ਉਹ ਸਰੀਰ ਜਿਸ ਵਿੱਚ ਪ੍ਰਭੂ ਦੀ ਯਾਦ ਨਹੀਂ। ਪ੍ਰਭੂ ਦੀ ਯਾਦ ਤੋਂ ਬਿਨਾਂ ਮਨ ਵਿਕਾਰਾਂ ਵਿੱਚ ਸੜ ਬਲ ਜਾਂਦਾ ਹੈ। ਮਾਇਆ ਤਨ ਵੀ ਵਿਅਰਥ ਹੀ ਜਾਂਦਾ ਹੈ। ਜਾਂ ਧਨ ਕੰਤ ਨਾ ਰਾਵੀਆ, ਤਾਂ ਬਿਰਥਾ ਜੋਬਨ ਜਾਏ। ਜੇ ਜੀਵ ਇਸਤਰੀ ਨੂੰ ਪ੍ਰਭੂ ਪਤੀ ਨੇ ਪਿਆਰ ਨਹੀਂ ਕੀਤਾ ਤਾਂ ਉਸ ਦੀ ਜਵਾਨੀ ਵਿਅਰਥ ਹੀ ਚਲੀ ਜਾਂਦੀ ਹੈ। ਸੇਜੇ ਕੰਤ ਮਹਿਲੜੀ, ਸੂਤੀ ਬੂਝ ਨਾ ਪਾਏ। ਭਾਗਹੀਨ ਜੀਵ ਇਸਤਰੀ ਖਸਮ ਪ੍ਰਭੂ ਦੀ ਸਿਜ ਉੱਤੇ ਸੁੱਤੀ ਪਈ ਹੈ, ਪਰ ਇਸ ਨੂੰ ਸਮਝ ਨਹੀਂ ਹਿਰਦੇ ਸਿਜ ਉੱਤੇ ਜੀਵਾਤਮਾ ਤੇ ਪਰਮਾਤਮਾ ਦਾ ਇਕੱਠਾ ਨਿਵਾਸ ਹੈ, ਪਰ ਮਾਇਆ ਮੋਹੀ ਜਿੰਦ ਨੂੰ ਇਸ ਦੀ ਸਾਰ ਨਹੀਂ ਹੈ। ਹਉ ਸੁੱਤੀ ਪਿਰ ਜਾਗਨਾ, ਕਿਸ ਕੋ ਪੁੱਛੋਂ ਜਾਏ। हे ਪ੍ਰਭੂ ਪਤੀ, ਮੈਂ ਜੀਵ ਇਸਤਰੀ ਮਾਇਆ ਦੇ ਮੋਹ ਦੀ ਨੀਂਦ ਵੀ ਸੁੱਤੀ ਰਹਿੰਦੀ ਹਾਂ। ਤੂੰ ਪਤੀ ਸੱਚਾ ਜਾਗਦਾ ਹੈ, ਤੈਨੂੰ ਮਾਇਆ ਵਿਆਪ ਨਹੀਂ ਸਕਦੀ। ਮੈਂ ਕਿਸ ਪਾਸੋਂ ਜਾ ਕੇ ਪੁੱਛਾਂ ਕਿ ਮੈਂ ਕਿਸ ਤਰ੍ਹਾਂ ਮਾਇਆ ਦੀ ਨੀਂਦ ਵਿੱਚੋਂ ਜਾਗ ਕੇ ਤੈਨੂੰ ਮਿਲ ਸਕਦੀ ਹਾਂ। ਸਤਿਗੁਰ ਮੇਲੀ ਭੈ ਵਸੀ, ਨਾਨਕ ਪ੍ਰੇਮ ਸਿਖਾਏ। हे ਨਾਨਕ, ਜਿਸ ਜੀਵ ਇਸਤਰੀ ਨੂੰ ਸਤਿਗੁਰੂ ਨੇ ਪ੍ਰਭੂ ਦੇ ਚਰਨਾਂ ਵਿੱਚ ਮਿਲਾ ਲਿਆ, ਉਹ ਪਰਮਾਤਮਾ ਦੇ ਡਰ ਅਦਬ ਵਿੱਚ ਟਿਕੀ ਰਹਿੰਦੀ ਹੈ। ਪ੍ਰੇਮ ਦਾ ਪਿਆਰ ਉਸ ਦਾ ਜੀਵਨ ਸਾਥੀ ਬਣ ਜਾਂਦਾ ਹੈ। ਸ੍ਰੀ ਰਾਗ ਮਹਿਲਾ ਪਹਿਲਾ। ਆਪੈ ਗੁਣ ਆਪੈ ਕਥੇ, ਆਪੇ ਸੁਨ ਵਿਚਾਰ। ਪ੍ਰਭੂ ਆਪ ਹੀ ਆਪਣੇ ਗੁਣ ਹੈ, ਆਪ ਹੀ ਉਹਨਾਂ ਗੁਣਾਂ ਨੂੰ ਬਿਆਨ ਕਰਦਾ ਹੈ। ਆਪ ਹੀ ਆਪਣੀ ਸਿਫਤ ਸਲਾਹ ਸੁਣ ਕੇ ਉਸ ਨੂੰ ਵਿਚਾਰਦਾ ਹੈ, ਉਸ ਵਿੱਚ ਸੁਰਤ ਜੋੜਦਾ ਹੈ। ਆਪੇ ਰਤਨ ਪਰਖ ਤੂੰ, ਆਪੇ ਮੋਲ ਅਪਾਰ। हे ਪ੍ਰਭੂ, ਤੂੰ ਆਪ ਹੀ ਆਪਣਾ ਨਾਮ ਰੂਪ ਰਤਨ ਹੈ। ਤੂੰ ਆਪ ਹੀ ਉਸ ਰਤਨ ਦਾ ਮੁੱਲ ਪਾਉਣ ਵਾਲਾ ਹੈ। ਤੂੰ ਆਪ ਹੀ ਆਪਣੇ ਨਾਮ ਰਤਨ ਦਾ ਬੇਅੰਤ ਮੁੱਲ ਹੈ। ਸਾਚੋ ਮਾਨ ਮਹਿਤ ਤੂੰ, ਆਪੇ ਦੇਵਨਹਾਰ। ਤੂੰ ਆਪ ਹੀ ਸਦਾ ਕਾਇਮ ਰਹਿਣ ਵਾਲਾ ਮਾਨ ਹੈ, ਵਡਿਆਈ ਹੈ। ਤੂੰ ਆਪ ਹੀ ਜੀਵਾਂ ਨੂੰ ਮਾਨ ਵਡਿਆਈ ਦੇਣ ਵਾਲਾ ਹੈ। ਹਰ ਜੀਉ ਤੂੰ ਕਰਤਾ ਕਰਤਾਰ। हे ਪ੍ਰਭੂ ਜੀ, ਹਰੇਕ ਸ਼ੈ ਦਾ ਪੈਦਾ ਕਰਨ ਵਾਲਾ ਤੂੰ ਆਪ ਹੀ ਹੈ। ਜਿਉਂ ਭਾਵੇ ਤਿਉਂ ਰਾਖ ਤੂੰ, ਹਰ ਨਾਮ ਮਿਲੇ ਆਚਾਰ। हे ਪ੍ਰਭੂ, ਜਿਵੇਂ ਤੈਨੂੰ ਚੰਗਾ ਲੱਗੇ ਮੈਨੂੰ ਆਪਣੇ ਨਾਮ ਵਿੱਚ ਜੋੜੀ ਰੱਖ। हे ਹਰੀ, ਮਿਹਰ ਕਰ, ਮੈਨੂੰ ਤੇਰਾ ਨਾਮ ਮਿਲ ਜਾਵੇ। ਤੇਰਾ ਨਾਮ ਹੀ ਮੇਰੇ ਵਾਸਤੇ ਚੰਗੇ ਤੋਂ ਚੰਗਾ ਕਰਤੱਵ ਹੈ। ਰਹਾਉ ਆਪੇ ਹੀਰਾ ਨਿਰਮਲਾ, ਆਪੇ ਰੰਗ ਮਜੀਠ। हे ਪ੍ਰਭੂ, ਤੂੰ ਆਪ ਹੀ ਚਮਕਦਾ ਹੀਰਾ ਹੈ। ਤੂੰ ਆਪ ਹੀ ਮਜੀਠ ਦਾ ਰੰਗ ਹੈ। ਆਪੇ ਮੋਤੀ ਉਜਲੋ, ਆਪੇ ਭਗਤ ਬਸੀਠ। ਤੂੰ ਆਪ ਹੀ ਲਿਸ਼ਕਦਾ ਮੋਤੀ ਹੈ। ਤੂੰ ਆਪ ਹੀ ਆਪਣੇ ਭਗਤਾਂ ਦਾ ਵਿਚੋਲਾ ਹੈ। ਗੁਰ ਕੇ ਸ਼ਬਦ ਸਲਾਹਣਾ, ਘਟ ਘਟ ਢੀਠ ਅਡੀਠ। ਸਤਿਗੁਰੂ ਦੇ ਸ਼ਬਦ ਦੀ ਰਾਹੀਂ ਤੇਰੀ ਸਿਫਤ ਸਲਾਹ ਹੋ ਸਕਦੀ ਹੈ। ਹਰੇਕ ਸਰੀਰ ਵਿੱਚ ਤੂੰ ਹੀ ਦਿਸ ਰਿਹਾ ਹੈ ਤੇ ਤੂੰ ਹੀ ਅਦ੍ਰਿਸ਼ਟ ਹੈ। ਆਪੇ ਸਾਗਰ ਬੋਥਾ, ਆਪੇ ਪਾਰ ਅਪਾਰ। हे ਪ੍ਰਭੂ,
ਇਹ ਸੰਸਾਰ ਸਮੁੰਦਰ ਤੂੰ ਆਪ ਹੀ ਹੈ। ਇਸ ਵਿੱਚੋਂ ਪਾਰ ਲੰਘਾਉਣ ਲਈ ਜਹਾਜ਼ ਵੀ ਤੂੰ ਆਪ ਹੀ ਹੈ। ਇਸ ਸੰਸਾਰ ਸਮੁੰਦਰ ਦਾ ਪਾਰਲਾ ਤੇ ਉਰਾਰਲਾ ਕੰਢਾ ਵੀ ਤੂੰ ਆਪ ਹੀ ਹੈ। ਸਾਚੀ ਵਾਟ ਸੁਜਾਨ ਤੂੰ, ਸ਼ਬਦ ਲੰਘਾਵਨ ਹਾਰ। हे ਪ੍ਰਭੂ, ਤੇਰੀ ਭਗਤੀ ਰੂਪ ਪੈਂਡਾ ਵੀ ਤੂੰ ਆਪ ਹੀ ਹੈ। ਤੂੰ ਸਭ ਕੁਝ ਜਾਣਦਾ ਹੈ। ਗੁਰ ਸ਼ਬਦ ਦੀ ਰਾਹੀਂ ਇਸ ਸੰਸਾਰ ਸਮੁੰਦਰ ਵਿੱਚੋਂ ਭਗਤੀ ਦੀ ਰਾਹੀਂ ਪਾਰ ਲੰਘਾਉਣ ਵਾਲਾ ਵੀ ਤੂੰ ਹੀ ਹੈ। ਨਿਡਰਿਆਂ ਡਰ ਜਾਣੀਏ, ਬਾਜ ਗੁਰੂ ਗੋਬਾਰੋ। ਗੁਰੂ ਦੀ ਸ਼ਰਨ ਤੋਂ ਬਿਨਾਂ ਇਹ ਜੀਵਨ ਸਫਰ ਜੀਵਾਂ ਵਾਸਤੇ ਕੁੱਪ ਹਨੇਰਾ ਹੈ। हे ਪ੍ਰਭੂ, ਜਿਹੜੇ ਜੀਵ ਤੇਰਾ ਡਰ ਭਉ ਨਹੀਂ ਰੱਖਦੇ, ਉਹਨਾਂ ਨੂੰ ਦੁਨੀਆ ਦਾ ਸਹਿਮ ਸਹਾਰਨਾ ਪੈਂਦਾ ਹੈ। ਅਸਥਿਰ ਕਰਤਾ ਦੇਖੀਏ, ਹੋਰ ਕੇਤੀ ਆਵੇ ਜਾਏ। ਇਸ ਜਗਤ ਵਿੱਚ ਇੱਕ ਕਰਤਾਰ ਹੀ ਸਦਾ ਸਥਿਰ ਰਹਿਣ ਵਾਲਾ ਦਿਸਦਾ ਹੈ। ਹੋਰ ਬੇਅੰਤ ਸ੍ਰਿਸ਼ਟੀ ਜੰਮਦੀ ਮਰਦੀ ਰਹਿੰਦੀ ਹੈ। ਆਪੇ ਨਿਰਮਲ ਏਕ ਤੂੰ, ਹੋਰ ਬੰਦੀ ਤੰਦੇ ਪਾਏ। हे ਪ੍ਰਭੂ, ਇੱਕ ਤੂੰ ਹੀ ਮਾਇਆ ਦੇ ਮੋਹ ਦੀ ਮੈਲ ਤੋਂ ਸਾਫ਼ ਹੈ। ਬਾਕੀ ਸਾਰੀ ਦੁਨੀਆ ਮਾਇਆ ਦੇ ਮੋਹ ਦੇ ਬੰਧਨਾਂ ਵਿੱਚ ਬੱਝੀ ਪਈ ਹੈ। ਗੁਰ ਰਾਖੇ ਸੇ ਉਭਰੇ, ਸਾਚੇ ਸਿਉ ਲਿਵ ਲਾਏ। ਜਿਨ੍ਹਾਂ ਨੂੰ ਗੁਰੂ ਨੇ ਇਸ ਮੋਹ ਤੋਂ ਬਚਾ ਲਿਆ ਹੈ, ਉਹ ਸਦਾ ਸਿਰ ਪ੍ਰਭੂ ਦੇ ਚਰਨਾਂ ਵਿੱਚ ਸੁਰਤ ਜੋੜ ਕੇ ਬਚ ਗਏ ਹਨ। ਹਰ ਜੀਉ ਸ਼ਬਦ ਪਛਾਣੀਏ, ਸਾਚ ਰਤੇ ਗੁਰਵਾਕ। ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੇ ਨਾਮ ਵਿੱਚ ਰੰਗੇ ਹੋਏ ਗੁਰੂ ਦੇ ਵਾਕ ਦੀ ਰਾਹੀਂ, ਸ਼ਬਦ ਦੀ ਰਾਹੀਂ ਪਰਮਾਤਮਾ ਨਾਲ ਜਾਣ ਪਛਾਣ ਪੈ ਸਕਦੀ ਹੈ। ਤਿੰਨ ਤਨ ਮੈਲ ਨਾ ਲੱਗਈ, ਸੱਚ ਕਰ ਜਿਸ ਉਤਾਕ। ਗੁਰੂ ਦੀ ਰਾਹੀਂ ਜਿਸ ਮਨੁੱਖ ਦੀ ਬੈਠਕ ਸਦਾ ਸਿਰ ਪ੍ਰਭੂ ਦੇ ਘਰ ਵਿੱਚ ਚਰਨਾਂ ਵਿੱਚ ਹੋ ਜਾਂਦੀ ਹੈ, ਉਸ ਦੇ ਸਰੀਰ ਵਿੱਚ ਮਾਇਆ ਦੀ ਮੈਲ ਨਹੀਂ ਲੱਗਦੀ। ਨਦਰ ਕਰੇ ਸੱਚ ਪਾਈਏ, ਬਿਨ ਨਾਵੇਂ ਕਿਆ ਸਾਕ। ਉਹ ਸਦਾ ਸਿਰ ਪ੍ਰਭੂ ਜਿਸ ਉੱਤੇ ਮਿਹਰ ਦੀ ਨਿਗਾਹ ਕਰਦਾ ਹੈ, ਉਸ ਨੂੰ ਉਸ ਦੀ ਪ੍ਰਾਪਤੀ ਹੁੰਦੀ ਹੈ। ਉਸ ਦਾ ਨਾਮ ਸਿਮਰਨ ਤੋਂ ਬਿਨਾਂ ਉਸ ਨਾਲ ਸੰਬੰਧ ਨਹੀਂ ਬਣ ਸਕਦਾ। ਜਿਨੀ ਸੱਚ ਪਛਾਣਿਆ, ਸੇ ਸੁਖੀਏ ਜੁਗ ਚਾਰ। ਜਿਨ੍ਹਾਂ ਬੰਦਿਆਂ ਨੇ ਸਦਾ ਸਿਰ ਪ੍ਰਭੂ ਨਾਲ ਸਾਂਝ ਪਾ ਲਈ ਹੈ, ਉਹ ਸਦਾ ਹੀ ਆਤਮਿਕ ਆਨੰਦ ਮਾਣਦੇ ਹਨ। ਹਉਮੈ ਤ੍ਰਿਸ਼ਨਾ ਮਾਰ ਕੇ, ਸੱਚ ਰੱਖਿਆ ਉਰ ਧਾਰ। ਉਹ ਆਪਣੀ ਹਉਮੈ ਅਤੇ ਮਾਇਆ ਵਾਲੀ ਤ੍ਰਿਸ਼ਨਾ ਮਾਰ ਕੇ ਸਦਾ ਸਿਰ ਪ੍ਰਭੂ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਟਿਕਾ ਰੱਖਦੇ ਹਨ। ਜਗ ਮੈਂ ਲਾਹਾ ਏਕ ਨਾਮ, ਪਾਈਏ ਗੁਰ ਵਿਚਾਰ। ਜਗਤ ਵਿੱਚ ਆਉਣ ਦਾ ਪਰਮਾਤਮਾ ਦਾ ਇੱਕ ਨਾਮ ਹੀ ਲਾਭ ਹੈ, ਜੋ ਮਨੁੱਖ ਨੂੰ ਖਟਣਾ ਚਾਹੀਦਾ ਹੈ। ਤੇ ਇਹ ਨਾਮ ਗੁਰੂ ਦੀ ਦੱਸੀ ਸਿੱਖਿਆ ਦੀ ਰਾਹੀਂ ਹੀ ਮਿਲ ਸਕਦਾ ਹੈ। ਸਾਚੂ ਵਖਰ ਲਾਦੀਏ, ਲਾਭ ਸਦਾ ਸੱਚ ਰਾਸ। हे ਵਣਜਾਰੇ ਜੀਵ, ਸਦਾ ਸਥਿਰ ਰਹਿਣ ਵਾਲੇ ਨਾਮ ਦੀ ਰਾਸ ਪੂੰਜੀ ਹੀ ਜੋੜਨੀ ਚਾਹੀਦੀ ਹੈ। ਇਸ ਵਿੱਚੋਂ ਉਹ ਨਫਾ ਪੈਦਾ ਹੁੰਦਾ ਹੈ ਜੋ ਸਦਾ ਕਾਇਮ ਰਹਿੰਦਾ ਹੈ। ਸਾਚੀ ਦਰਗਹਿ ਬੈਸਈ, ਭਗਤ ਸੱਚੀ ਅਰਦਾਸ। ਜਿਹੜਾ ਮਨੁੱਖ ਸਦਾ ਸਥਿਰ ਪ੍ਰਭੂ ਦੀ ਭਗਤੀ ਕਰਦਾ ਹੈ, ਉਸ ਦੇ ਤੇ ਅਰਦਾਸ ਕਰਦਾ ਹੈ, ਉਹ ਉਸ ਦੀ ਸਦਾ ਸਿਰ ਹਜ਼ੂਰੀ ਵਿੱਚ ਬੈਠਦਾ ਹੈ।
ਪਤ ਸਿਉ ਲੇਖਾ ਨਿਬੜੇ, RAM ਨਾਮ ਪਰਗਾਸ। ਉਸ ਦਾ ਜੀਵਨ ਸਫਰ ਦਾ ਲੇਖਾ ਇੱਜ਼ਤ ਨਾਲ ਸਾਫ਼ ਹੋ ਜਾਂਦਾ ਹੈ, ਕਿਉਂਕਿ ਉਸ ਦੇ ਅੰਦਰ ਪ੍ਰਭੂ ਦਾ ਨਾਮ ਉਜਾਗਰ ਹੋ ਜਾਂਦਾ ਹੈ। ਉੱਚਾ ਊਚੂ ਆਖੀਏ, ਕਹੋ ਨਾ ਦੇਖਿਆ ਜਾਏ। ਪਰਮਾਤਮਾ ਸਭ ਤੋਂ ਉੱਚਾ ਹੈ, ਪਰਮਾਤਮਾ ਸਭ ਤੋਂ ਉੱਚਾ ਹੈ। ਹਰ ਪਾਸੇ ਵੱਲੋਂ ਇਹੀ ਆਖਿਆ ਜਾਂਦਾ ਹੈ। ਮੈਂ ਵੀ ਆਖਦਾ ਹਾਂ ਕਿ ਪਰਮਾਤਮਾ ਸਭ ਤੋਂ ਉੱਚਾ ਹੈ, ਪਰ ਨਿਰਾ ਕਹਿਣ ਨਾਲ ਉਸ ਦਾ ਦਰਸ਼ਨ ਨਹੀਂ ਕੀਤਾ ਜਾ ਸਕਦਾ। ਜਹ ਦੇਖਾਂ ਤਹ ਏਕ ਤੂੰ, ਸਤਿਗੁਰ ਦੀਆ ਦਿਖਾਏ। ਜਦੋਂ ਮੈਨੂੰ ਸਤਿਗੁਰੂ ਨੇ ਇਹ ਪ੍ਰਭੂ ਤੇਰਾ ਦਰਸ਼ਨ ਕਰਾ ਦਿੱਤਾ, ਤਾਂ ਹੁਣ ਮੈਂ ਜਿੱਧਰ ਵੇਖਦਾ ਹਾਂ ਤੂੰ ਹੀ ਤੂੰ ਦਿਸਦਾ ਹੈ। ਜੋਤ ਨਿਰੰਤਰ ਜਾਣੀਏ, ਨਾਨਕ ਸਹਿਜ ਸੁਭਾਏ। हे ਨਾਨਕ, ਗੁਰੂ ਦੀ ਸ਼ਰਨ ਪੈ ਕੇ ਆਤਮਿਕ ਅਡੋਲਤਾ ਵਾਲੀ ਅਵਸਥਾ ਵਿੱਚ ਟਿਕ ਕੇ ਪ੍ਰੇਮ ਵਿੱਚ ਜੁੜ ਕੇ ਇਹ ਸਮਝ ਆ ਜਾਂਦੀ ਹੈ ਕਿ ਪਰਮਾਤਮਾ ਦੀ ਜੋਤ ਇੱਕ ਰਸ ਹਰ ਥਾਂ ਮੌਜੂਦ ਹੈ। ਸ੍ਰੀ ਰਾਗ ਮਹਿਲਾ ਪਹਿਲਾ। ਮਛਲੀ ਜਾਲ ਨਾ ਜਾਣਿਆ, ਸਰ ਖਾਰਾ ਅਸਗਾ। ਅਣਜਾਣ ਮੱਛੀ ਨੇ ਜਾਲ ਨੂੰ ਨਾ ਸਮਝਿਆ ਕਿ ਜਾਲ ਉਸ ਦੀ ਮੌਤ ਦਾ ਕਾਰਨ ਬਣਦਾ ਹੈ, ਅਤੇ ਨਾ ਹੀ ਉਸਨੇ ਡੂੰਘੇ ਖਾਰੇ ਸਮੁੰਦਰ ਨੂੰ ਹੀ ਸਮਝਿਆ ਕਿ ਸਮੁੰਦਰ ਵਿੱਚ ਟਿਕੇ ਰਿਹਾ ਹੀ ਉਸ ਦੀ ਜ਼ਿੰਦਗੀ ਕਾਇਮ ਰਹਿ ਸਕਦੀ ਹੈ। ਅਤ ਸਿਆਣੀ ਸੋਹਣੀ ਕਿਉਂ ਕੀਤੋ ਵੇਸਾ। ਵੇਖਣ ਨੂੰ ਮੱਛੀ ਬੜੀ ਸੋਹਣੀ ਤੇ ਸਿਆਣੀ ਜਾਪਦੀ ਹੈ, ਪਰ ਉਸਨੂੰ ਜਾਲ ਦਾ ਇਤਬਾਰ ਨਹੀਂ ਕਰਨਾ ਚਾਹੀਦਾ ਸੀ। ਕੀਤੇ ਕਾਰਨ ਪਾਕੜੀ, ਕਾਲ ਨਾ ਟਲੇ ਸਿਰਾ। ਜਾਲ ਉੱਤੇ ਇਤਬਾਰ ਕਰਨ ਦੇ ਕਾਰਨ ਹੀ ਫੜੀ ਜਾਂਦੀ ਹੈ, ਤੇ ਉਸ ਦੇ ਸਿਰ ਉੱਤੋਂ ਮੌਤ ਟਲਦੀ ਨਹੀਂ। ਜੀਵ ਇਹ ਭੁੱਲ ਜਾਂਦਾ ਹੈ ਕਿ ਜ਼ਿੰਦਗੀ ਦੇ ਅਥਾਹ ਸਮੁੰਦਰ ਪ੍ਰਭੂ ਵਿੱਚ ਲੀਨ ਰਿਹਾ ਹੀ ਆਤਮਿਕ ਜੀਵਨ ਕਾਇਮ ਰਹਿੰਦਾ ਹੈ। ਮੋਹਣੀ ਮਾਇਆ ਦਾ ਇਤਬਾਰ ਕਰ ਬੈਠਦਾ ਹੈ ਤੇ ਆਤਮਿਕ ਮੌਤ ਸੇੜਦਾ ਹੈ। ਮੌਤ ਦਾ ਸਹਿਮ ਹਰ ਵੇਲੇ ਇਸ ਦੇ ਸਿਰ ਉੱਤੇ ਸਵਾਰ ਰਹਿੰਦਾ ਹੈ। ਭਾਈ ਰੇ ਇਉਂ ਸਿਰ ਜਾਨੋ ਕਾਲ। हे ਭਾਈ, ਆਪਣੇ ਸਿਰ ਉੱਤੇ ਮੌਤ ਨੂੰ ਇਉਂ ਹੀ ਸਮਝੋ, ਜਿਉਂ ਮੱਛੀ ਤਿਉਂ ਮਾਨਸਾ, ਪਵੇ ਅਚਿੰਤਾ ਜਾਲ। ਜਿਵੇਂ ਮੱਛੀ ਨੂੰ ਅਚਨਚੇਤ ਮਾਛੀ ਦਾ ਜਾਲ ਆ ਪੈਂਦਾ ਹੈ, ਤਿਵੇਂ ਮਨੁੱਖ ਦੇ ਸਿਰ ਉੱਤੇ ਅਚਨਚੇਤ ਮੌਤ ਆ ਪੈਂਦੀ ਹੈ। ਰਹਾਉ ਸਭ ਜਗ ਬਾਧੋ ਕਾਲ ਕੋ, ਬਿਨ ਗੁਰ ਕਾਲ ਅਫਾਰ। ਸਾਰਾ ਜਗਤ ਮੌਤ ਦੇ ਡਰ ਦਾ ਬੱਧਾ ਹੋਇਆ ਹੈ। ਗੁਰੂ ਦੀ ਸ਼ਰਨ ਆਉਣ ਤੋਂ ਬਿਨਾਂ ਮੌਤ ਦਾ ਸਹਿਮ ਹਰੇਕ ਦੇ ਸਿਰ ਉੱਤੇ ਅਮਿਟ ਹੈ। ਸੱਚ ਰਤੇ ਸੇ ਉਭਰੇ, ਦੁਬਦਾ ਛੋੜ ਵਿਕਾਰ। ਜਿਹੜੇ ਮਨੁੱਖ ਸਦਾ ਸਿਰ ਪ੍ਰਭੂ ਦੇ ਪਿਆਰ ਵਿੱਚ ਰੰਗੇ ਰਹਿੰਦੇ ਹਨ, ਉਹ ਵਿਕਾਰ ਛੱਡ ਕੇ, ਮਨ ਦੀ ਮਾਇਆ ਵੱਲ ਡੋਲਣੀ ਹਾਲਤ ਛੱਡ ਕੇ ਮੌਤ ਦੇ ਸਹਿਮ ਤੋਂ ਬਚ ਜਾਂਦੇ ਹਨ। ਹਉ ਤਿਨ ਕੇ ਬਲਹਾਰਣੇ, ਦਰ ਸੱਚੇ ਸਚਿਆਰ। ਮੈਂ ਉਹਨਾਂ ਤੋਂ ਸਦਕੇ ਹਾਂ ਜਿਹੜੇ ਗੁਰੂ ਦੀ ਸ਼ਰਨ ਪੈ ਕੇ ਪ੍ਰਭੂ ਦੇ ਦਰ 'ਤੇ ਸੁਰਖਰੂ ਹੁੰਦੇ ਹਨ। ਸੀ ਚਾਨੇ ਜਿਉਂ ਪੰਖੀਆ, ਜਾਲੀ ਬਦਕ ਹਾਥ। ਜਿਵੇਂ ਬਾਜ ਅਤੇ ਫਾਂਦੀ ਦੇ ਹੱਥ ਵਿੱਚ ਫੜੀ ਹੋਈ ਜਾਲੀ ਪੰਛੀਆਂ ਵਾਸਤੇ ਮੌਤ ਦਾ ਸੁਨੇਹਾ ਹਨ, ਤਿਵੇਂ ਮਾਇਆ ਦਾ ਮੋਹ ਮਨੁੱਖਾਂ ਵਾਸਤੇ ਆਤਮਿਕ ਮੌਤ ਦਾ ਕਾਰਨ ਹੈ।
ਗੁਰ ਰਾਖੇ ਸੇ ਉਬਰੇ, ਹੋਰ ਫਾਥੇ ਚੋਗੇ ਸਾਥ। ਜਿਨ੍ਹਾਂ ਦੀ ਗੁਰੂ ਨੇ ਰੱਖਿਆ ਕੀਤੀ, ਉਹ ਮਾਇਆ ਜਾਲ ਵਿੱਚੋਂ ਬਚ ਨਿਕਲੇ। ਬਾਕੀ ਦੇ ਸਾਰੇ ਮਾਇਆ ਦੇ ਚੋਗੇ ਨਾਲ ਮੋਹ ਦੀ ਜਾਲੀ ਵਿੱਚ ਫਸ ਗਏ। ਬਿਨ ਨਾਵੇਂ ਚੁਨ ਸੁਟਿਐ, ਕੋਏ ਨ ਸੰਗੀ ਸਾਥ। ਜਿਨ੍ਹਾਂ ਦੇ ਪੱਲੇ ਨਾਮ ਨਹੀਂ, ਉਹ ਚੁਣ ਚੁਣ ਕੇ ਮਾਇਆ ਜਾਲ ਵਿੱਚ ਸੁੱਟੇ ਜਾਂਦੇ ਹਨ। ਉਹਨਾਂ ਦਾ ਕੋਈ ਵੀ ਐਸਾ ਸੰਗੀ ਸਾਥੀ ਨਹੀਂ ਬਣਦਾ ਜੋ ਉਹਨਾਂ ਨੂੰ ਇਸ ਜਾਲ ਵਿੱਚੋਂ ਕੱਢ ਸਕੇ। ਸੱਚੋ ਸੱਚ ਆਖੀਏ, ਸੱਚੇ ਸੱਚਾ ਥਾਨ। ਮੌਤ ਦੇ ਸਹਿਮ ਤੋਂ ਅਤੇ ਆਤਮਿਕ ਮੌਤ ਤੋਂ ਬਚਣ ਲਈ, ਹੇ ਭਾਈ, ਉਸ ਸਦਾ ਸਥਿਰ ਰਹਿਣ ਵਾਲੇ ਪਰਮਾਤਮਾ ਨੂੰ ਸਿਮਰਨਾ ਚਾਹੀਦਾ ਹੈ, ਜਿਸ ਦਾ ਤਖਤ ਅਟਲ ਹੈ। ਜਿਨੀ ਸੱਚਾ ਮੰਨਿਆ, ਤਿਨ ਮਨ ਸੱਚ ਧਿਆਨ। ਜਿਨ੍ਹਾਂ ਦਾ ਮਨ ਸਿਮਰਨ ਵਿੱਚ ਗਿੱਝ ਜਾਂਦਾ ਹੈ, ਉਹਨਾਂ ਦੇ ਮਨ ਵਿੱਚ ਪਰਮਾਤਮਾ ਦੀ ਯਾਦ ਦੀ ਲਿਵ ਲੱਗ ਜਾਂਦੀ ਹੈ। ਮਨ ਮੁਖ ਸੂਚੇ ਜਾਣੀਏ, ਗੁਰਮੁਖ ਜਿਨ੍ਹਾਂ ਗਿਆਨ। ਗੁਰੂ ਦੀ ਸ਼ਰਨ ਪੈ ਕੇ ਜਿਨ੍ਹਾਂ ਦੇ ਮਨ ਵਿੱਚ ਤੇ ਮੂੰਹ ਵਿੱਚ ਪਰਮਾਤਮਾ ਨਾਲ ਡੂੰਘੀ ਸਾਂਝ ਟਿਕ ਜਾਂਦੀ ਹੈ, ਉਹ ਬੰਦੇ ਪਵਿੱਤਰ ਸਮਝੇ ਜਾਂਦੇ ਹਨ। ਸਤਿਗੁਰ ਅੱਗੇ ਅਰਦਾਸ ਕਰ, ਸਾਜਨ ਦੇ ਮਿਲਾਏ। ਹੇ ਮੇਰੇ ਮਨ, ਸੱਜਣ ਪ੍ਰਭੂ ਨੂੰ ਮਿਲਣ ਵਾਸਤੇ ਸਦਾ ਆਪਣੇ ਗੁਰੂ ਅੱਗੇ ਅਰਦਾਸ ਕਰਦਾ ਰਹੋ। ਗੁਰੂ ਸੱਜਣ ਪ੍ਰਭੂ ਮਿਲਾ ਦਿੰਦਾ ਹੈ। ਸਾਜਨ ਮਿਲੀਏ ਸੁਖ ਪਾਇਆ, ਜਮਦੂਤ ਮੂਏ ਬਿਖ ਖਾਏ। ਜੇ ਸੱਜਣ ਪ੍ਰਭੂ ਮਿਲ ਪਏ ਤਾਂ ਆਤਮਿਕ ਆਨੰਦ ਮਿਲ ਜਾਂਦਾ ਹੈ। ਜਮਦੂਤ ਤਾਂ ਇਉਂ ਸਮਝੋ ਕਿ ਜ਼ਹਿਰ ਖਾ ਕੇ ਮਰ ਜਾਂਦੇ ਹਨ, ਭਾਵ ਜਮਦੂਤ ਨੇੜੇ ਹੀ ਨਹੀਂ ਟੁਕਦੇ। ਨਾਵੇ ਅੰਦਰ ਹੋ ਵਸਾਂ, ਨਾਉ ਵਸੇ ਮਨ ਆਏ। ਜੇ ਸੱਜਣ ਪ੍ਰਭੂ ਮਿਲ ਪਏ ਤਾਂ ਮੈਂ ਉਸ ਦੇ ਨਾਮ ਵਿੱਚ ਸਦਾ ਟਿਕਿਆ ਰਹਿ ਸਕਦਾ ਹਾਂ। ਉਸ ਦਾ ਨਾਮ ਸਦਾ ਲਈ ਮੇਰੇ ਮਨ ਵਿੱਚ ਆ ਵਸਦਾ ਹੈ। ਬਾਜ ਗੁਰੂ ਗੋਬਾਰ ਹੈ, ਬਿਨ ਸ਼ਬਦੇ ਬੂਝ ਨਾ ਪਾਏ। ਗੁਰੂ ਦੀ ਸ਼ਰਨ ਪੈਣ ਤੋਂ ਬਿਨਾਂ ਜੀਵ ਵਾਸਤੇ ਚਾਰ ਚੁਫੇਰੇ ਮਾਇਆ ਦੇ ਮੋਹ ਦਾ ਕੁੱਪ ਹਨੇਰਾ ਰਹਿੰਦਾ ਹੈ। ਗੁਰੂ ਦੇ ਸ਼ਬਦ ਤੋਂ ਬਿਨਾਂ ਸਮਝ ਨਹੀਂ ਪੈਂਦੀ ਕਿ ਮੈਂ ਮਾਇਆ ਦੇ ਮੋਹ ਵਿੱਚ ਫਸਿਆ ਪਿਆ ਹਾਂ। ਗੁਰਮਤੀ ਪਰਗਾਸ ਹੋਏ, ਸੱਚ ਰਹੇ ਲਿਵ ਲਾਏ। ਜਿਸ ਮਨੁੱਖ ਦੇ ਹਿਰਦੇ ਵਿੱਚ ਗੁਰੂ ਦੀ ਸਿੱਖਿਆ ਨਾਲ ਆਤਮਿਕ ਚਾਨਣ ਹੁੰਦਾ ਹੈ, ਉਹ ਸਦਾ ਸਥਿਰ ਪ੍ਰਭੂ ਵਿੱਚ ਆਪਣੀ ਸੁਰਤ ਜੋੜੀ ਰੱਖਦਾ ਹੈ। ਤਿੱਥੇ ਕਾਲ ਨਾ ਸੰਚਰੇ, ਜੋਤੀ ਜੋਤ ਸਮਾਏ। ਉਸ ਆਤਮਿਕ ਅਵਸਥਾ ਵਿੱਚ ਮੌਤ ਦਾ ਡਰ ਪਹੁੰਚ ਨਹੀਂ ਸਕਦਾ, ਕਿਉਂਕਿ ਜੀਵ ਦੀ ਜੋਤ ਪਰਮਾਤਮਾ ਦੀ ਜੋਤ ਵਿੱਚ ਲੀਨ ਰਹਿੰਦੀ ਹੈ। ਤੂੰ ਹੈ ਸਾਜਨ, ਤੂੰ ਸੁਜਾਨ, ਤੂੰ ਆਪੇ ਮਿਲਣ ਹਾਰ। ਹੇ ਪ੍ਰਭੂ, ਤੂੰ ਹੀ ਮੇਰਾ ਮਿੱਤਰ ਹੈ, ਤੂੰ ਹੀ ਮੇਰਾ ਦੁੱਖ ਦਰਦ ਜਾਣਨ ਵਾਲਾ ਹੈ। ਤੂੰ ਆਪ ਹੀ ਮੈਨੂੰ ਆਪਣੇ ਚਰਨਾਂ ਵਿੱਚ ਮਿਲਾਣ ਦੇ ਸਮਰੱਥ ਹੈ। ਗੁਰ ਸ਼ਬਦੀ ਸਲਾਹੀਏ, ਅੰਤ ਨਾ ਪਾਰਾਵਾਰ। ਗੁਰੂ ਦੇ ਸ਼ਬਦ ਦੀ ਰਾਹੀਂ ਹੀ ਤੇਰੀ ਸਿਫਤ ਸਲਾਹ ਕੀਤੀ ਜਾ ਸਕਦੀ ਹੈ। ਉਂਝ ਤਾਂ ਤੇਰੇ ਗੁਣਾਂ ਦਾ ਅੰਤ, ਤੇਰੇ ਗੁਣਾਂ ਦਾ ਪਾਰਲਾ ਉਰਲਾ ਬੰਨਾ ਲੱਭਿਆ ਹੀ ਨਹੀਂ ਜਾ ਸਕਦਾ। ਤਿੱਥੇ ਕਾਲ ਨਾ ਅਪੜੇ, ਜਿੱਥੇ ਗੁਰ ਕਾ ਸ਼ਬਦ ਅਪਾਰ। ਜਿਸ ਹਿਰਦੇ ਵਿੱਚ ਗੁਰੂ ਦਾ ਸ਼ਬਦ ਟਿਕਿਆ ਹੋਇਆ ਹੈ,
ਬੇਅੰਤ ਪ੍ਰਭੂ ਆਪ ਟਿਕਿਆ ਹੋਇਆ ਹੈ, ਉੱਥੇ ਮੋਹ ਦਾ ਡਰ ਪਹੁੰਚ ਨਹੀਂ ਸਕਦਾ। ਹੁਕਮੀ ਸਭੇ ਉਪਜੈ, ਹੁਕਮੀ ਕਾਰ ਕਮਾਏ। ਮਾਇਆ ਦੇ ਮੋਹ ਦੇ ਜਾਲ ਵਿੱਚੋਂ ਨਿਕਲਣਾ ਜੀਵ ਦੇ ਵੱਸ ਦੀ ਗੱਲ ਨਹੀਂ। ਪਰਮਾਤਮਾ ਦੇ ਹੁਕਮ ਵਿੱਚ ਸਾਰੇ ਜੀਵ ਪੈਦਾ ਹੁੰਦੇ ਹਨ, ਉਸ ਦੇ ਹੁਕਮ ਵਿੱਚ ਹੀ ਕਾਰ ਕਰਦੇ ਹਨ। ਹੁਕਮੀ ਕਾਲੇ ਵਸ ਹੈ, ਹੁਕਮੀ ਸਾਚ ਸਮਾਹੇ। ਪ੍ਰਭੂ ਦੇ ਹੁਕਮ ਵਿੱਚ ਹੀ ਸ੍ਰਿਸ਼ਟੀ ਮੌਤ ਦੇ ਡਰ ਦੇ ਅਧੀਨ ਹੈ। ਹੁਕਮ ਅਨੁਸਾਰ ਹੀ ਜੀਵ ਸਦਾ ਸਿਰ ਪ੍ਰਭੂ ਦੀ ਯਾਦ ਵਿੱਚ ਟਿਕਦੇ ਹਨ। ਨਾਨਕ ਜੋ ਤਿਸ ਭਾਵੇ ਸੋ ਥੀਏ, ਇਹਨਾਂ ਜਨਤਾ ਵਸ ਕਿਛ ਨਾਹੀਂ। ਹੇ ਨਾਨਕ, ਉਹੀ ਕੁਝ ਹੁੰਦਾ ਹੈ ਜੋ ਉਸ ਪਰਮਾਤਮਾ ਨੂੰ ਚੰਗਾ ਲੱਗਦਾ ਹੈ। ਇਹਨਾਂ ਜੀਵਾਂ ਦੇ ਵਸ ਵਿੱਚ ਕੁਝ ਨਹੀਂ।